ਰਾਜਨੀਤਿਕ ਪਾਰਟੀਆਂ ਦੇ ਜਿਹੜੇ ਆਗੂ ਹੁੰਦੇ ਨੇ ਉਹ ਤੇ ਮੋੜ ਕੱਟਣ ਲੱਗੇ ਮਿੰਟ ਨਹੀਂ ਲਾਉਂਦੇ ਤੇ ਪੈਂਤੜਾ ਬਦਲਣਾ ਹੋਵੇ ਤੇ ਨਾਲਦਿਆਂ ਨੂੰ ਪਤਾ ਨਹੀਂ ਹੁੰਦਾ ਕਿ ਅੱਜ ਕੀ ਹੋਣ ਵਾਲਾ ਹੈ। ਅਕਾਲੀ ਦਲ ਦੀਆਂ ਨਜ਼ਰਾਂ ਦੇ ਵਿੱਚ ਭਾਜਪਾ ਜਿਹੜੀ ਸੀ ਉਹ ਪੰਜਾਬ ਦੇ ਵਿੱਚ ਛੋਟੇ ਭਰਾ ਵਜੋਂ ਹੀ ਰਹੀ, ਪਰ ਉਹ ਗੱਲਾਂ ਉਹ ਜਿਹੜੀਆਂ 2-3 ਦਿਨ ਦੀਆਂ ਕੀਤੀਆਂ ਹੋਈਆਂ ਅਕਾਲੀ ਦਲ ਨੂੰ ਇੰਨੀਆਂ ਪੁੱਠੀਆਂ ਪਈਆਂ ਅੱਜ ਤੱਕ ਵੀ ਉਹਨਾਂ ਦੇ ਜਵਾਬ ਦੇਣੇ ਔਖੇ ਹੋਏ ਪਏ। ਕੁਝ ਲੋਕ ਇਹ ਕਹਿੰਦੇ ਨੇ ਕਿ ਭਾਜਪਾ ਨੇ ਇਹਨਾਂ ਨਾਲੋਂ ਨਾਤਾ ਤੋੜ ਲਿਆ। ਇਹ ਸੱਚ ਨਹੀਂ ਹੈ, ਅਕਾਲੀ ਦਲ ਨੇ ਹੀ ਨਾਤਾ ਤੋੜਿਆ। ਸਾਰੇ ਬਿਆਨਾਂ ਦੇ ਵਿੱਚੋਂ ਜੇ ਕਿਸੇ ਦੇ ਬਿਆਨ ਦੀ ਅਹਿਮੀਅਤ ਹੈ ਤਾਂ ਸਿਰਫ ਸੁਖਬੀਰ ਸਿੰਘ ਬਾਦਲ ਦੇ ਬਿਆਨ ਦੀ ਹੈ। ਜੇਪੀ ਨੱਡਾ ਕੀ ਕਹਿ ਰਹੇ ਨੇ, ਦੁਸ਼ਯੰਤ ਗੌਤਮ ਕੀ ਕਹਿ ਰਹੇ ਨੇ, ਅਸ਼ਵਨੀ ਸ਼ਰਮਾ ਕੀ ਕਹਿ ਰਹੇ ਨੇ, ਇਸ ਸਭ ਕੁਝ ਤੇ ਮਿੱਟੀ ਫਿਰ ਜਾਂਦੀ ਹੈ ਜਦੋਂ ਕੇਂਦਰੀ ਭਾਜਪਾ ਦੀ ਕਮਾਨ ਕਹਿ ਦੇਵੇ ਕਿ ਨਹੀਂ ਭਾਈ ਤੁਸੀਂ ਚੁੱਪ ਰਹੋ, ਜੋ ਅਸੀਂ ਕਰਨਾ ਹੈ ਉਹ ਅੰਦਰ ਖਾਤੇ ਜਿਹੜੀ ਗੱਲ ਹੋਵੇਗੀ ਤੇ ਫੇਰ ਫੈਸਲਾ ਹੋਵੇਗਾ। ਹੁਣ ਜਿਹੜੀ ਗੱਲ ਉਹ ਕਰਦੇ ਨੇ ਕਿ ਬਾਰਡਰ ਸਟੇਟ ਹੈ, ਇਸ ਤਰ੍ਹਾਂ BSF ਦੇ ਘੇਰੇ ਵਧਾਉਣ ਨੂੰ ਜਾਇਜ਼ ਠਹਿਰਾ ਰਹੇ ਨੇ, ਜੇ ਉਹ ਮੁੱਖ ਮੰਤਰੀ ਹੁੰਦੇ ਤੇ ਇਸ ਨੂੰ ਫੇਰ ਵੀ ਐਕਸੈਪਟ ਕਰਦੇ। ਤੁਸੀਂ ਦਿੱਲੀ ਬੈਠੇ ਹੋ, ਪੰਜਾਬ ਦੀ ਧਰਤੀ ਤੇ ਤੁਸੀਂ ਕਦੀ ਪੈਰ ਨਹੀਂ ਪਾਇਆ, ਬਾਰਡਰ ਤੁਸੀਂ ਖੁਦ ਜਾ ਕੇ ਕਦੀ ਦੇਖਿਆ ਨਹੀਂ, ਤੇ ਨਵਜੋਤ ਸਿੰਘ ਸਿੱਧੂ ਜੇ ਕੋਈ ਅਮਨ ਸ਼ਾਂਤੀ ਦੀ ਗੱਲ ਅੱਗੇ ਵਧਾ ਸਕਦਾ ਤੇ ਤੁਸੀਂ ਉਸਦੇ ਪੈਰ ਪਿਛਾਂਹ ਨੂੰ ਖਿੱਚ ਰਹੇ ਹੋ। ਰਾਸ਼ਟਰਵਾਦੀ ਉਹਨਾਂ ਨੂੰ ਆਖਿਆ ਜਾ ਰਿਹਾ ਹੈ। ਇਹ ਖਿਤਾਬ ਦੇਣ ਵਾਲੇ ਭਾਜਪਾ ਵਾਲੇ ਕੌਣ ਹੁੰਦੇ ਨੇ ਕਿਸੇ ਨੂੰ ਰਾਸ਼ਟਰਵਾਦੀ? ਕੈਪਟਨ ਅਮਰਿੰਦਰ ਸਿੰਘ ਹਾਲ ਦੀ ਘੜੀ BJP ਦੀ ਦੋਸਤੀ ਦਾ ਨਿੱਘ ਮਾਣ ਰਹੇ ਨੇ ਤੇ ਸਾਡੀ ਕਾਂਗਰਸ ਹਾਈ ਕਮਾਨ ਹੈ, ਉਹਨਾਂ ਵਿੱਚ ਇੰਨੀ ਤਾਕਤ ਨਹੀਂ, ਇੰਨੀ ਜੁਰਤ ਨਹੀਂ। ਅੱਜ ਤੱਕ ਕਾਂਗਰਸ ਹਾਈ ਕਮਾਨ ਵੱਲੋਂ ਉਹਨਾਂ ਨੂੰ ਪਾਰਟੀ ਚੋਂ ਕੱਢਣ ਦਾ ਕੋਈ ਨੋਟਿਸ ਜਾਂ ਦੂਜੀ ਤੀਜੀ ਗੱਲ ਨਹੀਂ ਕੀਤੀ ਗਈ। ਜੇ ਕੈਪਟਨ ਅਮਰਿੰਦਰ ਸਿੰਘ ਨਰਿੰਦਰ ਮੋਦੀ ਦੀ ਜਗ੍ਹਾ ਤੇ ਹੁੰਦੇ ਤਾਂ ਕੀ ਕਾਨੂੰਨ ਵਾਪਸ ਹੋ ਜਾਂਦੇ? ਕੈਪਟਨ ਸਾਹਿਬ ਮੈਂ ਸਮਝਦਾ ਕਿ ਜਿੰਨੇ ਸਿਆਣੇ ਨੇ, ਜਿੰਨੇ ਸਟੇਟਸਮੈਨ ਦੀ ਉਹਨਾਂ ਕੋਲ ਕਾਬਲੀਅਤ ਹੈ ਬਣਨ ਦੀ, ਉਹ ਬਣੇ ਰਹਿਣ ਤੇ ਜ਼ਿਆਦਾ ਬਿਹਤਰ ਹੋਵੇ। ਮਹਿੰਗੇ ਭਾਅ ਦੀ ਟਰਾਂਸਪੋਰਟ ਕਰਕੇ ਲਖੀਮਪੁਰ ਆ ਕੇ ਆਪਣੀ ਜਿਹੜੀ ਹੈ ਉਹ ਫਸਲ ਵੇਚ ਰਹੇ ਨੇ, ਉਪਜ ਵੇਚ ਰਹੇ ਨੇ ਝੋਨੇ ਦੀ। ਪੁਰਾਣੇ ਤੱਕੜਾਂ ਵਾਲੇ ਸਿਸਟਮ ਨਾਲ ਕੰਡਾ ਵੀ ਜਿਹੜਾ ਹੈ, ਵੇਇੰਗ ਮਸ਼ੀਨ ਵੀ ਜਿਹੜੀ ਹੈ ਪੁਰਾਣੀ ਹੈ, ਜਿਸ ਦੇ ਵਿੱਚੋਂ ਕਿਸਾਨ ਨੂੰ ਫਿਰ ਚੂਨਾ ਲੱਗਦਾ ਹੈ। ਕਦੀ ਸੇਬ ਉਤਪਾਦਕ, ਕਦੀ ਕੇਲਾ ਉਤਪਾਦਕ, ਕਦੀ ਪਿਆਜ਼ ਉਤਪਾਦਕ। ਸਾਨੂੰ ਇੱਕ ਸਾਲ ਇੱਥੇ ਦੇ ਕਿਸਾਨਾਂ ਨੂੰ ਸੜਕਾਂ ਤੇ ਫਸਲ ਸੁੱਟਣੀ ਪੈਂਦੀ ਹੈ ਤੇ ਅਗਲੇ ਸਾਲ ਮਹਿੰਗੀ ਹੋ ਜਾਂਦੀ ਤੇ ਸਰਕਾਰ ਜਿਹੜੀ ਹੈ ਬਾਹਰੋਂ ਮੰਗਵਾਉਣੀ ਹੈ। ਮੋਦੀ ਸਰਕਾਰ ਨੇ ਨਾ ਕਾਨੂੰਨ ਲਿਆਉਣ ਵੇਲੇ ਕਿਸਾਨਾਂ ਨਾਲ ਸਲਾਹ ਕੀਤੀ ਤੇ ਨਾ ਰੱਦ ਕਰਨ ਵੇਲੇ ਕਿਸਾਨਾਂ ਨਾਲ ਸਲਾਹ ਕੀਤੀ ਹੈ। ਕਦੇ ਉਹ ਕਹਿੰਦੇ ਨੇ ਕਿ ਮਮਤਾ ਬੈਨਰਜੀ ਇੱਕ ਫਲਾਣੇ ਰਾਖਸ਼ ਦੇ ਫੈਮਿਲੀ ਦੇ ਵਿੱਚੋਂ ਹੈ, ਕਦੇ ਕੁਝ ਕਦੇ ਕੁਝ ਕਦੇ ਕੁਝ। ਉਹ ਜਿਹੜੇ ਕਿਸਾਨਾਂ ਨੂੰ ਅੱਤਵਾਦੀ ਦੱਸਦੇ ਸੀ, ਸਾਰੇ ਨਾਮ ਖਿਤਾਬ ਜਿਹੜੇ ਦਿੰਦੇ ਸੀ ਜਿਨ੍ਹਾਂ ਲੋਕਾਂ ਨੇ ਦਿੱਤੇ ਹੋਏ ਸੀ, ਕੀ ਨਰਿੰਦਰ ਮੋਦੀ ਨੇ ਜਦੋਂ ਕਾਨੂੰਨ ਵਾਪਸ ਲਏ ਨੇ ਉਹਨਾਂ ਚੋਂ ਕਿਸੇ ਨੂੰ ਕੌਨਫੀਡੈਂਸ ਵਿੱਚ ਲਿਆ? ਮੇਰਾ ਖਿਆਲ ਹੈ ਕਿ ਬੀਬੀ ਕੰਗਨਾ ਰਣੌਤ ਨੂੰ ਥੋੜ੍ਹਾ ਜਿਹਾ ਕੋਈ ਟ੍ਰੀਟਮੈਂਟ ਲੈਣ ਦੀ ਲੋੜ ਹੈ। ਤੇ ਜਿਹੜਾ ਕੰਮ ਆਪ ਅੱਗੇ ਪਾਂਡੀ ਕਰਦੇ ਹੁੰਦੇ ਸੀ ਨਸ਼ਿਆਂ ਦੇ ਮਾਮਲੇ ਵਿੱਚ ਢੋਣ ਦਾ, ਇੱਧਰੋਂ ਉੱਧਰ ਲਿਜਾਣ ਦਾ, ਉਹ ਹੁਣ ਐਮਾਜ਼ੋਨ ਉਹਨਾਂ ਨੂੰ ਖੁਦ ਕਰਕੇ ਦੇ ਦਿੰਦਾ, ਉਹ ਵੀ ਬਹੁਤ ਸਸਤੇ ਭਾਅ ਦੇ ਵਿੱਚ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਤੇ ਚਰਚਾ ਕਰਨ ਲਈ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ। ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਟੁੱਟ ਗਿਆ ਸੀ ਕਿਉਂਕਿ ਜਿਹੜੇ 3 ਖੇਤੀ ਕਾਨੂੰਨ ਨੇ ਉਹ ਰਾਹ ਵਿੱਚ ਆ ਗਏ ਸਨ ਤੇ ਹੁਣ ਉਹ ਪ੍ਰਧਾਨ ਮੰਤਰੀ ਮੋਦੀ ਵੱਲੋਂ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ ਇਸ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੈ ਉਹ ਦੁਬਾਰਾ ਤੋਂ ਸੰਭਵ ਹੈ। ਇਸ ਬਾਰੇ ਵਿਸਥਾਰ ਨਾਲ ਚਰਚਾ ਕਰਾਂਗੇ ਤੇ ਨਾਲ ਦੀ ਨਾਲ ਚਰਚਾ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕਰ ਰਹੇ ਨੇ, ਕੀ ਨੇ ਇਸ ਪਿੱਛੇ ਰਾਜ਼? ਤੇ ਭਾਜਪਾ ਆਗੂ ਸ਼ਾਇਦ ਖੇਤੀ ਕਾਨੂੰਨਾਂ ਦੇ ਵਾਪਸ ਲੈਣ ਦੇ ਐਲਾਨ ਤੋਂ ਖੁਸ਼ ਨਹੀਂ ਕਿ ਉਹ ਰੋਜ਼ ਹੀ ਕੁਝ ਨਾ ਕੁਝ ਬਿਆਨ ਦਿੰਦੇ ਨੇ। ਇਹਨਾਂ ਤੇ ਹੋਰ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਗੱਲ ਕਰ ਲਈਏ, ਜਿਹੜਾ ਅਕਾਲੀ ਭਾਜਪਾ ਗੱਠਜੋੜ ਜਿਹੜਾ 9 ਮਾਸ ਦਾ ਰਿਸ਼ਤਾ ਸੀ ਉਹ ਟੁੱਟ ਗਿਆ ਸੀ ਖੇਤੀ ਕਾਨੂੰਨਾਂ ਕਰਕੇ। ਟੁੱਟ ਗਿਆ ਸੀ ਜਾਂ ਤੋੜਨਾ ਪਿਆ ਸੀ ਮਜਬੂਰੀ 'ਚ, ਇਹ ਤਾਂ ਉਹੀ ਜਾਣਨ। ਪਰ ਹੁਣ ਬਹੁਤ ਕਿਆਸਰਾਈਆਂ ਲੱਗ ਰਹੀਆਂ ਨੇ ਕਿ ਸ਼ਾਇਦ ਖੇਤੀ ਕਾਨੂੰਨਾਂ ਦੇ ਵਾਪਸ ਹੋਣ ਦੇ ਐਲਾਨ ਤੋਂ ਬਾਅਦ ਇਹ ਗੱਠਜੋੜ ਦੁਬਾਰਾ ਸੰਭਵ ਹੋ ਸਕੇ। ਕੀ ਕਹਿਣਾ ਚਾਹੋਗੇ? ਤੁਸੀਂ 9 ਮਾਸ ਦੇ ਰਿਸ਼ਤੇ ਦੀ ਗੱਲ ਕੀਤੀ ਹੈ ਜੀ। 9 ਮਾਸ ਦਾ ਰਿਸ਼ਤਾ 2 ਭਾਈਆਂ ਵਿਚਕਾਰ ਹੋ ਸਕਦਾ, ਭੈਣ ਭਰਾਵਾਂ ਵਿਚਕਾਰ ਹੋ ਸਕਦਾ ਹੈ, ਭਾਈਚਾਰਿਆਂ ਵਿਚਕਾਰ ਹੋ ਸਕਦਾ ਹੈ, ਬਿਲਕੁਲ 2 ਵੱਖੋ-ਵੱਖ ਧਰਮ ਦੇ ਲੋਕਾਂ ਦੇ ਵਿਚਕਾਰ ਹੋ ਸਕਦਾ ਹੈ। ਇਹ ਤੇ ਪਾਰਟੀਆਂ ਰਾਜਨੀਤਿਕ ਪਾਰਟੀਆਂ ਦੇ ਤੇ ਜਿਹੜੇ ਆਗੂ ਹੁੰਦੇ ਨੇ ਉਹ ਤੇ ਮੋੜ ਕੱਟਣ ਲੱਗੇ ਮਿੰਟ ਨਹੀਂ ਲਾਉਂਦੇ। ਬਿਲਕੁਲ। ਤੇ ਪੈਂਤੜਾ ਬਦਲਣਾ ਹੋਵੇ ਤੇ ਨਾਲਦਿਆਂ ਨੂੰ ਪਤਾ ਨਹੀਂ ਹੁੰਦਾ ਕਿ ਅੱਜ ਕੀ ਹੋਣ ਵਾਲਾ ਹੈ। ਜੀ। ਸਵੇਰ ਨੂੰ ਕੰਮ ਹੋ ਜਾਂਦਾ।
ਇੱਥੇ ਓਪਰਚੁਨਿਜ਼ਮ ਜਿਹੜਾ ਹੈ, ਮੌਕਾ ਪ੍ਰਸਤੀ ਜਿਹੜੀ ਆ, ਸਾਰਾ ਖੇਲ ਉਸੇ ਦਾ ਹੁੰਦਾ ਹੈ। ਜੀ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ 9 ਮਾਸ ਦਾ ਰਿਸ਼ਤਾ ਇਸ ਨੂੰ ਆਖਿਆ ਜਾਂਦਾ ਸੀ, ਇਹ ਬਣਿਆ ਕਿਵੇਂ? ਜੀ। ਅਸਲ ਵਿੱਚ ਕਾਂਗਰਸ ਤੇ ਅਕਾਲੀ ਦਲ ਦੋ ਵੱਖ-ਵੱਖ ਦਿਸ਼ਾਵਾਂ ਦੇ ਪਹਿਲੂ ਰਹੇ ਨੇ। ਜੀ। ਪੰਜਾਬ ਦੀ ਜੇ ਖਾਸ ਗੱਲ ਕਰੀਏ, ਪੁਰਾਣੇ ਸਮੇਂ ਵਿੱਚ ਥੋੜੀ ਬਹੁਤੀ ਸਾਂਝ ਸੀ, ਪਰ ਉਸ ਤੋਂ ਬਾਅਦ ਇਹੋ ਹੀ ਹਾਲ ਰਿਹਾ ਜ਼ਿਆਦਾ ਕਰਕੇ। ਜੀ। ਫਿਰ ਅਕਾਲੀ ਦਲ ਕੋਲ ਜਿਹੜੀ ਸੀ, ਜਾਂ ਇਸ ਤਰ੍ਹਾਂ ਦੇ ਜਿਹੜੇ ਬਾਕੀ ਦਲ ਸੀ, ਉਹਨਾਂ ਕੋਲ ਆਪਸ਼ਨ ਕੀ ਬਚਦੀ ਸੀ ਕਿ ਜੋ ਐਂਟੀ ਕਾਂਗਰਸ ਗਰੁੱਪ ਹੈ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਭਿਆਲੀ ਜਾਂ ਸਾਂਝ ਪਾਈ ਜਾਵੇ। ਜੀ। ਜਿਨ੍ਹਾਂ ਵਿੱਚੋਂ ਜਨ ਸੰਘ ਦੀ ਵਾਰੀ ਆ ਗਈ। ਜਨ ਸੰਘ ਦੀ ਸਰਕਾਰ ਨੂੰ ਸਪੋਰਟ ਕੀਤਾ ਅਕਾਲੀਆਂ ਨੇ। ਜੀ। ਤੇ ਜਨ ਸੰਘ ਦੇ ਨਾਲ ਸਾਂਝ ਪਾਈ। ਜਨ ਸੰਘ ਜੋ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਨਾਮ ਸੀ, ਜੀ, ਜੋ ਉਸ ਖਿਆਲ ਵਾਲੀਆਂ ਪਾਰਟੀਆਂ ਜਦੋਂ ਉਹਨਾਂ ਨੇ ਜਨ ਸੰਘ ਬਣਾਇਆ ਸੀ ਤੇ ਸਰਕਾਰ ਬਣੀ ਸੀ। ਜੀ। ਫਿਰ ਸਮਾਂ ਆਇਆ, ਪੰਜਾਬ ਵਿੱਚ ਹਾਲਾਤ ਵਿਗੜੇ, ਸਭ ਕੁਝ ਵਿਗੜ ਗਿਆ। ਪੰਜਾਬ ਵਿੱਚ ਲੰਬਾ ਸਮਾਂ ਰਾਸ਼ਟਰਪਤੀ ਰਾਜ ਲਾਗੂ ਰਿਹਾ, ਸਭ ਨੂੰ ਪਤਾ ਹੈ। ਫਿਰ ਉਹ ਚੋਣਾਂ ਹੀ ਨਹੀਂ ਹੋਈਆਂ ਤੇ ਇਲੈਕਸ਼ਨਾਂ ਹੀ ਨਾ ਹੋਈਆਂ, ਤੇ ਫਿਰ ਇੱਥੇ ਹੋਣਾ ਕੀ ਸੀ ਹੋਰ? ਬਿਲਕੁਲ। ਚਲੋ ਸਮਾਂ ਚੱਲਦਾ ਗਿਆ। ਫਿਰ ਅਕਾਲੀ ਦਲ ਨੇ ਇੱਕ ਵਾਰੀ ਕਾਂਗਰਸ ਨੂੰ ਥੱਲੇ ਲਾਉਣ ਲਈ ਬਹੁਜਨ ਸਮਾਜ ਪਾਰਟੀ ਦੇ ਨਾਲ ਅਲਾਇੰਸ ਕੀਤਾ। ਜੀ। ਅਲਾਇੰਸ ਥੋੜਾ ਸਮਾਂ ਰਿਹਾ, ਇੱਕ ਇਲੈਕਸ਼ਨ ਵੀ ਲੋਕ ਸਭਾ ਦੀ ਜਿਹੜੀ ਸਾਂਝੀ ਲੜੀ ਗਈ ਸੀ। ਉਹਨਾਂ ਉਸ ਤੋਂ ਕੁਝ ਸਮਾਂ ਪਹਿਲਾਂ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ, ਜਿਸ ਨੂੰ DS4 ਵੀ ਆਖਿਆ ਜਾਂਦਾ ਸੀ, ਇਹ ਆਪਣਾ ਆਧਾਰ ਕਿਸੇ ਹੱਦ ਤੱਕ ਜਦੋਂ ਪੰਜਾਬ 'ਚ ਅਮਨ ਸ਼ਾਂਤੀ ਬਹਾਲ ਹੋ ਚੁੱਕਾ ਸੀ ਉਦੋਂ ਬਣਾ ਚੁੱਕੇ ਸਨ। ਲੋਕਾਂ ਦੇ ਵਿੱਚ ਜਾਣਕਾਰੀ ਹੋ ਗਈ ਸੀ ਕਿ ਹਾਥੀ ਚੋਣ ਨਿਸ਼ਾਨ ਹੈ ਤੇ ਆਹ ਪਾਰਟੀਆਂ ਨੇ ਤੇ ਇਸ ਭਾਈਚਾਰੇ ਦੀ ਉਹ ਗੱਲ ਕਰਦੀਆਂ ਨੇ। ਯੂਪੀ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਉਭਾਰ ਸੀ। ਜੀ। ਫਿਰ ਬਹੁਜਨ ਸਮਾਜ ਪਾਰਟੀ ਦੇ ਨਾਲ ਥੋੜੀ ਭਿਆਲੀ ਅਕਾਲੀ ਦਲ ਨੇ ਪਾ ਲਈ। ਉਹ ਪਾਈ ਤੇ ਬਾਬੂ ਕਾਂਸ਼ੀ ਰਾਮ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ। ਪੂਰੇ ਭਾਰਤ ਦੀ ਬਹੁਜਨ ਸਮਾਜ ਪਾਰਟੀ ਦੇ ਵੱਡੇ ਆਗੂ ਸਨ ਤੇ ਅੱਜ ਵੀ ਉਹਨਾਂ ਦੀ ਮੌਤ ਤੋਂ ਬਾਅਦ ਵੀ ਵੱਡੇ ਆਗੂਆਂ ਦੇ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਜੀ। ਸੋ ਇੱਕ ਵੱਡੀ ਇੱਕ ਸਾਂਝ ਸੀ। ਕਈ ਹੋਰ MP ਵੀ ਜਿੱਤੇ ਸਾਂਝ ਨਾਲ। ਪਰ ਉਸ ਤੋਂ ਬਾਅਦ ਜਦੋਂ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਦੇ ਵਿੱਚ ਕੇਂਦਰ ਦੇ ਵਿੱਚ ਰਾਸ਼ਟਰਪਤੀ ਵੱਲੋਂ ਸੱਦਾ ਮਿਲਦਾ ਹੈ ਭਾਜਪਾ ਨੂੰ ਕਿ ਤੁਸੀਂ ਸਰਕਾਰ ਬਣਾਓ, ਤੇ ਉਹਨਾਂ ਦੀਆਂ ਸੀਟਾਂ ਪੂਰੀਆਂ ਨਹੀਂ ਹੁੰਦੀਆਂ, ਕੁਝ ਸੀਟਾਂ ਘਟ ਜਾਂਦੀਆਂ ਨੇ, ਤੇ ਉਹਨਾਂ ਨੂੰ ਕੁਝ ਦਿਨ ਉਹਨਾਂ ਦੀ ਸਰਕਾਰ ਰਹਿੰਦੀ ਹੈ ਅਟਲ ਬਿਹਾਰੀ ਵਾਜਪੇਈ ਦੀ, ਤੇ ਕੋਈ ਵੀ ਪਾਰਟੀ ਉਹਨਾਂ ਨੂੰ ਸਪੋਰਟ ਨਹੀਂ ਕਰਦੀ ਸਿਵਾਏ ਅਕਾਲੀ ਦਲ ਦੇ। ਅਕਾਲੀ ਦਲ ਨੇ ਉਦੋਂ ਆਖਿਆ ਕਿ ਇਹਨਾਂ ਨੇ ਕਾਂਗਰਸ ਨੂੰ ਮਾਤ ਪਾਈ ਹੈ ਤੇ ਇਹਨਾਂ ਦਾ ਉਭਾਰ ਹੋਇਆ ਕੇਂਦਰੀ ਪੱਧਰ ਤੇ, ਅਸੀਂ ਭਾਜਪਾ ਦੀ ਮਦਦ ਕਰਦੇ ਹਾਂ ਤੇ ਪੁਰਾਣੀ ਸਾਂਝ ਸਾਡੀ 9 ਮਾਸ ਦਾ ਰਿਸ਼ਤਾ, ਅਸੀਂ ਦੁਬਾਰਾ ਇਸ ਨੂੰ ਬਹਾਲ ਕਰਦੇ ਹਾਂ। ਉਹ ਪਹਿਲੀ ਵਾਰੀ ਟੁੱਟਾ ਨਹੀਂ ਸੀ, ਇੱਕ ਕਿਸਮ ਦਾ ਉਹ ਇੱਕ ਜਿਵੇਂ ਕਹਿੰਦੇ ਨੇ ਕਿ ਐਕਸਪਾਇਰੀ ਡੇਟ ਆ ਗਈ ਸੀ ਤੇ ਉਹ ਕੰਮ ਹੋਇਆ ਸੀ ਤੇ ਹੁਣ ਦੁਬਾਰਾ ਉਹ ਬਹਾਲ ਕਰ ਲਿਆ ਗਿਆ। ਇਹ ਮੈਂ ਇਤਿਹਾਸ ਸੁਣਾਇਆ। ਜੀ। ਉਸ ਤੋਂ ਬਾਅਦ ਦਾ ਤੁਸੀਂ ਸਾਰੇ ਜਾਣਦੇ ਹੋ ਕਿ ਕਿਵੇਂ ਇੱਕ ਦੂਸਰੇ ਦੇ ਨਾਲ ਚੱਲੇ ਨੇ। ਉਹ ਕਈ ਵਾਰੀ ਉਸ ਦੇ ਵਿੱਚ ਤਲਖ ਕਲਾਮੀਆਂ ਵੀ ਹੋਈਆਂ। ਨਵਜੋਤ ਸਿੰਘ ਸਿੱਧੂ ਭਾਜਪਾ ਵਿੱਚ ਆ ਗਏ, ਅਕਾਲੀ ਦਲ ਨਾਲ ਉਹਨਾਂ ਦੀ ਸੁਰਨਾ ਰਲੀ। ਹੋਰ ਵੀ ਕਈ ਆਗੂ ਜਿਨ੍ਹਾਂ ਨੂੰ ਡਿਪਟੀ ਜਿਹੜਾ ਸੀ CM ਦਾ ਅਹੁਦਾ ਜਿਹੜਾ ਸੀ ਪੰਜਾਬ ਦੇ ਵਿੱਚ ਮਿਲ ਗਿਆ, ਪਰ ਅਕਾਲੀ ਦਲ ਦੀਆਂ ਨਜ਼ਰਾਂ ਦੇ ਵਿੱਚ ਭਾਜਪਾ ਜਿਹੜੀ ਸੀ ਉਹ ਪੰਜਾਬ ਦੇ ਵਿੱਚ ਛੋਟੇ ਭਰਾ ਵਜੋਂ ਹੀ ਰਹੀ। ਤੇ ਭਾਜਪਾ ਨੂੰ ਵੀ ਇਸ ਗੱਲ ਦਾ ਭਲੀ ਭਾਂਤ ਪਤਾ ਸੀ ਕਿ ਜੇ ਅਸੀਂ ਕੱਲ੍ਹ ਨੂੰ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਪੈਰ ਜਮਾਉਣੇ ਨੇ ਤੇ ਸਾਨੂੰ ਸਿੱਖ ਚਿਹਰਾ ਜਾਂ ਸਿੱਖ ਮਾਈਂਡਡ ਪਾਰਟੀਆਂ ਦੇ ਨਾਲ ਸਾਂਝ ਬਣਾ ਕੇ ਰੱਖਣੀ ਪੈਗੀ। ਉਹ ਰੱਖੀ ਛੱਡੀ ਉਹਨਾਂ ਨੇ। ਜੀ। ਅੰਦਰੋਂ ਅੰਦਰੀ ਖਿੱਚਦੇ ਵੀ ਰਹੇ ਸਥਾਨਕ ਆਗੂ ਕਿ ਦੇਖੋ ਸਾਡੇ ਨਾਲ ਧੱਕਾ ਹੁੰਦਾ, ਸਾਡੀ ਗੱਲ ਸੁਣੀ ਨਹੀਂ ਜਾਂਦੀ, ਭਾਵੇਂ ਕਿ ਸਾਨੂੰ ਮੰਤਰੀ ਮੰਡਲ ਦੇ ਅਹੁਦੇ ਦਿੱਤੇ ਹੋਏ ਨੇ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ, ਪਰ ਅਸਲ ਵਿੱਚ ਜਿੰਨੀ ਪੁੱਛ ਪੜਤਾਲ ਅਕਾਲੀ ਦਲ ਦੇ MLA ਦੀ ਹੈ, ਸਾਡੇ ਮੰਤਰੀ ਦੀ ਵੀ ਉਨੀ ਪੁੱਛ ਪੜਤਾਲ ਨਹੀਂ ਹੁੰਦੀ। ਇਹ ਗੱਲ ਸੀ, ਪੱਕੀ ਗੱਲ ਸੀ। ਪਰ ਫਿਰ ਸਮਾਂ ਚਲੋ ਲੰਘਦਾ ਗਿਆ, ਨਰਿੰਦਰ ਮੋਦੀ ਦੀ ਸਰਕਾਰ ਬਣ ਗਈ ਤੇ ਸੁਖਬੀਰ ਬਾਦਲ ਹੁਣੀ ਕਹਿਣ ਲੱਗੇ ਜੇ ਭਾਜਪਾ ਦੀ ਸਰਕਾਰ ਕੇਂਦਰ ਵਿੱਚ ਹੋਵੇਗੀ ਤੇ ਨਰਮੇ ਦੀਆਂ ਪੰਡਾਂ ਤੁਸੀਂ ਦੇਖੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਰੂਹ ਭਰਿਆ ਹੁੰਦਾ ਹੈ, ਤੇ ਉਹ ਤੇ ਪੰਡਾਂ ਕੁਝ ਵੀ ਨਹੀਂ, ਅਸੀਂ ਨੋਟਾਂ ਦੀਆਂ ਇੰਨੀਆਂ ਵੱਡੀਆਂ ਪੰਡਾਂ ਲੈ ਕੇ ਆਵਾਂਗੇ, ਜੇ ਕੇਂਦਰ ਟਰੱਕ ਭਰ ਕੇ ਲੈ ਕੇ ਆਵਾਂਗੇ ਤੇ ਇਦਾਂ ਦੀਆਂ ਸੜਕਾਂ ਬਣਾਵਾਂਗੇ, ਭਾਵੇਂ ਬੰਬ ਸੁੱਟ ਦਿਓ ਉਹ ਟੁੱਟਣਗੀਆਂ ਨਹੀਂ। ਬਿਲਕੁਲ। ਖੈਰ ਉਹ ਪਤਾ ਨਹੀਂ ਕੀ ਆਇਆ, ਪਰ ਡਾਕਟਰ ਮਨਮੋਹਨ ਸਿੰਘ ਤੋਂ ਬਾਅਦ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਬਣਦੀ ਹੈ ਤੇ ਇਹ ਸਾਂਝ ਖੂਬ ਨਿਭੀ ਹੈ ਤੇ ਕੇਂਦਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਭਾਵੇਂ ਸਰਕਾਰ ਉਹਨਾਂ ਦੀ ਖਤਮ ਹੋ ਗਈ ਸੀ ਅਕਾਲੀ ਦਲ ਦੀ, ਪਰ ਕੇਂਦਰ ਦੇ ਵਿੱਚ ਉਹ ਜਿਹੜਾ ਸੀ ਉਹਨਾਂ ਦੀ ਇੱਕ ਸਰਕਾਰ ਸੀ ਤੇ ਉਹਨਾਂ ਕੋਲ ਅਹੁਦੇ ਵੀ ਸੀ ਤੇ ਉਹ ਇੱਕ ਨਿੱਘ ਜਿਹੜਾ ਰਾਜ ਸੱਤਾ ਦਾ ਜਿਹੜਾ ਇੱਕ ਸੁੱਖ ਹੁੰਦਾ ਹੈ ਉਹ ਮਾਣਦੇ ਰਹੇ ਤੇ ਭੋਗਦੇ ਰਹੇ। ਫਿਰ ਆ ਗਿਆ ਕਿਸਾਨ ਕਾਨੂੰਨ, ਖੇਤੀ ਕਾਨੂੰਨ ਆ ਗਏ। ਖੇਤੀ ਕਾਨੂੰਨ ਆਉਂਦੇ ਨੇ
ਤੇ ਸਰਦਾਰ ਪ੍ਰਕਾਸ਼ ਸਿੰਘ ਜਦੋਂ ਉਹਨਾਂ ਦਾ ਰੌਲਾ ਪੈਂਦਾ ਹੈ, ਜਿਹੜੇ ਵੱਡੇ ਆਗੂ ਨੇ ਸਰਦਾਰ ਬਲਵੀਰ ਸਿੰਘ ਰਾਜੇਵਾਲ ਵਰਗੇ, ਜਦੋਂ ਉਹ ਬੋਲਣਾ ਉਹਨਾਂ ਨੇ ਸ਼ੁਰੂ ਕੀਤਾ ਲੋਕਾਂ ਨੇ ਵੀ ਦੇਖੋ ਇਹ ਹੱਕ ਖੋਏ ਜਾ ਰਹੇ ਨੇ, ਇਹ ਕੀ ਹੋ ਰਿਹਾ। ਉਹ ਬੜੇ ਲੰਬੇ ਸਮੇਂ ਤੋਂ ਰੌਲਾ ਪਾ ਰਹੇ ਸੀ ਕਾਰਪੋਰੇਟ ਆ ਰਹੇ ਨੇ ਪਰ ਇਹ ਕਾਨੂੰਨ ਆ ਗਿਆ ਰਾਤੋਂ ਰਾਤ, ਕਿਸੇ ਨੂੰ ਬੁਲਾਇਆ ਨਹੀਂ, ਕਿਸਾਨ ਆਗੂਆਂ ਨਾਲ ਗੱਲ ਨਾ ਹੋਈ, ਸਭ ਕੁਝ ਜਿਹੜਾ ਸੀ ਰਾਤੋਂ ਰਾਤ ਕਰ ਦਿੱਤਾ ਗਿਆ। ਮੈਜੋਰਿਟੀ ਆ ਲੋਕ ਸਭਾ ਦੇ ਵਿੱਚ ਤੇ ਸਾਰੇ ਬਿੱਲ ਮਿੰਟੋ ਮਿੰਟੀ ਪਾਸ ਕਰਕੇ ਲੋਕਾਂ ਦੇ ਸਾਹਮਣੇ ਰੱਖ ਦਿੱਤੇ ਗਏ ਤੇ ਅਕਾਲੀ ਦਲ ਵਾਲਿਆਂ ਵੀ ਉੱਤੇ ਮੋਹਰਾਂ ਲਾ ਦਿੱਤੀਆਂ। ਰਾਜ ਸਭਾ ਵਿੱਚ ਵੀ ਜ਼ੁਬਾਨੀ ਵੋਟਾਂ ਦੇ ਨਾਲ ਹੀ ਇਸ ਨੂੰ ਪਾਸ ਕਰ ਦਿੱਤਾ ਗਿਆ, ਬਿਲਕੁਲ ਪਾਸ ਕਰ ਦਿੱਤਾ ਗਿਆ। ਬਿਲਕੁਲ ਇਸ ਤੇ ਕੋਈ ਬਹਿਸ ਨਾ ਹੋਈ, ਕੁਝ ਨਾ ਹੋਇਆ, ਸਭ ਕੁਝ ਜਿਹੜਾ ਸੀ ਇੱਕ ਪਾਸੜ ਕਾਰਵਾਈ ਨਾਲ ਹੋ ਗਿਆ ਜੀ। ਅਕਾਲੀ ਦਲ ਇਸ ਸਮੇਂ ਤੱਕ ਉਹਨਾਂ ਦਾ ਸਾਥੀ ਬਣਿਆ ਰਿਹਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਵੀਡੀਓ ਆਉਂਦੀ ਹੈ ਕਿ ਇਸ ਨੂੰ ਸਮਝੋ, ਇਹ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨੇ, ਸਾਰੇ ਇਹਨਾਂ ਨੇ ਇਸ਼ਤਿਹਾਰ ਵੀ ਦਿੱਤੇ, ਬਿਲਕੁਲ, ਪਰ ਉਹ ਗੱਲਾਂ ਉਹ ਜਿਹੜੀਆਂ 2-3 ਦਿਨ ਦੀਆਂ ਕੀਤੀਆਂ ਹੋਈਆਂ ਅਕਾਲੀ ਦਲ ਨੂੰ ਇੰਨੀਆਂ ਪੁੱਠੀਆਂ ਪਈਆਂ ਬਿਲਕੁਲ ਕਿ ਅੱਜ ਤੱਕ ਵੀ ਇਹਨਾਂ ਦੇ ਜਵਾਬ ਦੇਣੇ ਔਖੇ ਹੋਏ ਪਏ ਨੇ। ਇਹ ਉਹਦਾ ਸਿੱਟਾ ਇਹ ਨਿਕਲਿਆ ਕਿ ਅਕਾਲੀ ਦਲ ਤੇ ਜਿਹੜਾ ਭਾਜਪਾ ਉਹਨਾਂ ਦੀ ਵਾਹੀ ਹੋ ਗਈ, ਦੋਨਾਂ ਦੀ ਗੱਠਜੋੜ ਦੀ ਹੋ ਗਈ ਜੀ, ਗੱਠਜੋੜ ਖਤਮ ਹੋ ਗਿਆ। ਤੇ ਅਕਾਲ ਇੱਥੇ ਕੁਝ ਲੋਕ ਇਹ ਕਹਿੰਦੇ ਨੇ ਕਿ ਭਾਜਪਾ ਨੇ ਇਹਨਾਂ ਨਾਲੋਂ ਨਾਤਾ ਤੋੜ ਲਿਆ, ਇਹ ਸੱਚ ਨਹੀਂ ਹੈ। ਅਕਾਲੀ ਦਲ ਨੇ ਹੀ ਨਾਤਾ ਤੋੜਿਆ ਤੇ ਰਿਜ਼ਾਈਨ ਜਿਹੜਾ ਬੀਬੀ ਹਰਸਿਮਰਤ ਬਾਦਲ ਨੇ ਦਿੱਤਾ, ਇਹ ਗੱਲ ਠੀਕ ਹੈ, ਮੰਨਣੀ ਚਾਹੀਦੀ ਹੈ ਗੱਲ। ਪਰ ਉਸ ਤੋਂ ਬਾਅਦ ਅਕਾਲੀ ਦਲ ਲਗਾਤਾਰ ਜਿਹੜਾ ਹੈ ਪੋਲਿਟਿਕਸ ਦੇ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਪੈਰ ਜਮ ਨਹੀਂ ਰਹੇ। ਬਿਲਕੁਲ ਅੱਜ ਵੀ ਉਹਨਾਂ ਨੂੰ ਰੈਲੀਆਂ ਕਰਨ ਦੀ ਇਜਾਜ਼ਤ ਨਹੀਂ ਹੈ ਪੰਜਾਬ ਦੇ ਵਿੱਚ, ਸੱਜੇ ਕੀਤੇ ਕੋਈ ਇਕੱਠੇ ਨਹੀਂ ਹੋਣ ਦਿੰਦਾ, ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜਵਾਬ ਦੇਣੇ ਪੈ ਰਹੇ ਨੇ। ਅਕਾਲੀ ਦਲ ਅਜੇ ਤੱਕ ਪੈਰੀ ਨਹੀਂ ਆਇਆ ਸੱਚ ਪੁੱਛੋ ਤੇ ਜੀ, ਭਾਵੇਂ ਪੰਜਾਬ ਵਿੱਚ ਚੋਣਾਂ ਸਿਰ ਤੇ ਨੇ, ਪਰ ਹੁਣ ਜਿਹੜੀ ਗੱਲ ਹੈ ਕਿ ਇਹ ਦੁਬਾਰਾ 9 ਮਾਸ ਦਾ ਰਿਸ਼ਤਾ ਜੁੜ ਸਕਦਾ ਹੈ ਕਿ ਨਹੀਂ। ਭਾਜਪਾ ਦੇ 2-3 ਸੂਬਿਆਂ ਦੇ ਇੰਚਾਰਜ ਦੀ ਅਗਰ ਗੱਲ ਮੰਨ ਲਈਏ, ਦੁਸ਼ਯੰਤ ਗੌਤਮ ਦੀ, ਤੇ ਉਹ ਕਹਿੰਦੇ ਨੇ ਕਿ ਦੇਖੋ ਇਹ ਰਿਸ਼ਤਾ ਦੁਬਾਰਾ ਕਾਇਮ ਹੋ ਸਕਦਾ ਹੈ। ਬਿਲਕੁਲ ਏਡੀ ਕਿਹੜੀ ਗੱਲ ਹੈ, ਪਹਿਲਾਂ ਉਹ ਸਾਡਾ ਵੱਡਾ ਭਰਾ ਸੀ ਪੰਜਾਬ ਵਿੱਚ ਤੇ ਹੁਣ ਛੋਟੇ ਭਰਾ ਵਜੋਂ ਆ ਜਾਣ। ਬਿਲਕੁਲ ਤੇ ਜਿਹੜੇ ਪੰਜਾਬ ਮਾਮਲਿਆਂ ਦੇ ਜਿਹੜੇ ਕੌਮੀ ਪ੍ਰਧਾਨ ਨੇ ਉਹ ਕਹਿੰਦੇ ਨੇ ਕਿ ਨਹੀਂ ਹੁਣ ਕੋਈ ਸੰਭਵ ਨਹੀਂ, ਇਹ ਗੱਲ ਜਿਹੜੀ ਹੈ ਇਹ ਅਕਾਲੀ ਦਲ ਨਾਲ ਹੁਣ ਸਾਡੀ ਕੋਈ ਸਾਂਝ ਨਹੀਂ। ਬਿਲਕੁਲ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਕੈਪਟਨ ਨੂੰ ਲਿਆਇਆ ਜਾ ਸਕਦਾ, ਉਹਨਾਂ ਨਾਲ ਗੱਠਜੋੜ ਹੋ ਸਕਦਾ ਪਰ ਅਕਾਲੀ ਦਲ ਨਾਲ ਨਹੀਂ ਹੋ ਸਕਦਾ। ਬਿਲਕੁਲ ਅਸ਼ਵਨੀ ਸ਼ਰਮਾ ਨੇ ਇਹੋ ਆਖਿਆ। ਹੁਣ ਜਿਹੜੀ ਗੱਲ ਸੁਖਬੀਰ ਬਾਦਲ ਨੇ ਆਖੀ ਹੈ ਕਿ ਸਮਾਂ ਲੰਘ ਚੁੱਕਾ ਹੈ, ਹੁਣ ਭਾਰਤੀ ਜਨਤਾ ਪਾਰਟੀ ਨਾਲ ਕੋਈ ਸਾਂਝ ਨਹੀਂ। ਪਰ ਮੈਂ ਇੱਥੇ ਗੱਲ ਕੁਝ ਕਲੀਅਰ ਕਰਨੀ ਚਾਹੁੰਦਾ, ਇਹਨਾਂ ਸਾਰੇ ਬਿਆਨਾਂ ਦੇ ਵਿੱਚੋਂ ਜੇ ਕਿਸੇ ਦੇ ਬਿਆਨ ਦੀ ਅਹਿਮੀਅਤ ਹੈ ਤੇ ਉਹ ਸਿਰਫ ਸੁਖਬੀਰ ਸਿੰਘ ਬਾਦਲ ਦੇ ਬਿਆਨ ਦੀ ਹੈ। ਕਾਰਨ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਸਰਪ੍ਰਸਤ ਨੇ, ਜਿਹੜੀ ਉਹ ਗੱਲ ਕਰਨਗੇ ਉਹ ਉਹਨਾਂ ਕੋਲ ਆਪਣੇ ਸਿਰ ਖੁਦ ਹੋ ਕੇ ਫੈਸਲਾ ਲੈਣ ਦੀ ਤਾਕਤ ਉਹਨਾਂ ਦੇ ਹੱਥ ਵਿੱਚ ਹੈ। ਬਿਲਕੁਲ ਜੇਪੀ ਨੱਡਾ ਕੀ ਕਹਿ ਰਹੇ ਨੇ, ਦੁਸ਼ਯੰਤ ਗੌਤਮ ਕੀ ਕਹਿ ਰਹੇ ਨੇ, ਅਸ਼ਵਨੀ ਸ਼ਰਮਾ ਕੀ ਕਹਿ ਰਹੇ ਨੇ, ਇਹ ਹਰਜੀਤ ਗਰੇਵਾਲ ਕੀ ਕਹਿ ਰਹੇ ਨੇ, ਹੋਰ ਜਿੰਨੇ ਸਥਾਨਕ ਭਾਜਪਾ ਦੇ ਆਗੂ ਨੇ ਉਹ ਕੀ ਸੋਚਦੇ ਨੇ ਤੇ ਕੀ ਬਿਆਨ ਦੇ ਰਹੇ ਨੇ, ਇਸ ਸਭ ਕੁਝ ਤੇ ਮਿੱਟੀ ਫਿਰ ਜਾਂਦੀ ਹੈ ਜਦੋਂ ਕੇਂਦਰੀ ਭਾਜਪਾ ਦੀ ਕਮਾਨ ਕਹਿ ਦੇਵੇ ਕਿ ਨਹੀਂ ਭਾਈ ਤੁਸੀਂ ਚੁੱਪ ਰਹੋ, ਬਿਲਕੁਲ ਜੋ ਅਸੀਂ ਕਰਨਾ ਹੈ ਉਹ ਅੰਦਰ ਖਾਤੇ ਜਿਹੜੀ ਗੱਲ ਹੋਵੇਗੀ ਤੇ ਫੇਰ ਫੈਸਲਾ ਹੋਵੇਗਾ। ਬਿਲਕੁਲ ਜੇ ਤੁਸੀਂ ਪੁੱਛਦੇ ਹੋ ਹੁਣ ਮੈਨੂੰ ਹਰਪ੍ਰੀਤ ਜੀ ਕਿ ਇਹ ਸਾਂਝ ਦੁਆਰਾ ਪਵੇਗੀ ਕਿ ਨਹੀਂ, ਤੇ ਮੈਂ ਸੁਖਬੀਰ ਬਾਦਲ ਦੇ ਬਿਆਨ ਨੂੰ ਹੀ ਅੱਗੇ ਤੋਰਾਂਗਾ ਦਰਸ਼ਕਾਂ ਤੱਕ ਕਿ ਨਹੀਂ ਪਵੇਗੀ ਜੇ ਸੁਖਬੀਰ ਬਾਦਲ ਕਹਿ ਰਹੇ ਨੇ। ਪਰ ਜੇ ਕੋਈ ਚਾਂਸ ਬਣਦਾ ਹੈ ਤੇ ਇਹ ਅੰਦਰ ਖਾਤੇ ਗੱਲ ਹੋ ਜਾਣੀ ਹੈ, ਜਿਸ ਤਰ੍ਹਾਂ ਰਾਤੋਂ ਰਾਤ ਨਰਿੰਦਰ ਮੋਦੀ ਜੀ ਨੇ ਐਲਾਨ ਕਰ ਦਿੱਤਾ ਹੈ ਕਿ ਖੇਤੀ ਕਾਨੂੰਨਾਂ ਨੂੰ ਅਸੀਂ ਰੀਪੀਲ ਕਰਦੇ ਹਾਂ, ਵਾਪਸ ਲੈਂਦੇ ਹਾਂ। ਬਿਲਕੁਲ ਇਸ ਤਰ੍ਹਾਂ ਜਿਹੜੇ ਸਥਾਨਕ ਆਗੂ ਹੈ ਇਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਔਰ ਉੱਥੋਂ ਹੁਕਮ ਆ ਜਾਣਾ ਕਿ ਭਾਈ ਸਾਡੀ ਗੱਲ ਬਣ ਗਈ ਹੈ। ਇੱਥੋਂ ਤੱਕ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਿੰਨੇ ਸਾਲ ਅਕਾਲੀ ਦਲ ਨਾਲ ਸਾਂਝ ਰਹੀ ਹੈ ਪੰਜਾਬ ਵਿੱਚ ਤੇ 15 ਸਾਲ ਜਿਹੜਾ ਰਾਜ ਪ੍ਰਕਾਸ਼ ਸਿੰਘ ਬਾਦਲ ਦਾ ਰਿਹਾ ਹੈ, ਭਾਰਤੀ ਜਨਤਾ ਪਾਰਟੀ ਨਾਲ ਰਹੀ ਹੈ ਉਹਨਾਂ ਦੇ, ਪਰ ਭਾਰਤੀ ਜਨਤਾ ਪਾਰਟੀ ਦੇ ਆਗੂ ਉਦੋਂ ਵੀ ਸ਼ਿਕਾਇਤਾਂ ਕਰਦੇ ਸਨ, ਸਥਾਨਕ ਸਟੇਜਾਂ ਤੇ ਬੋਲਦੇ ਸਨ ਕਿ ਸਾਨੂੰ ਇਹ ਮਨਜ਼ੂਰ ਨਹੀਂ, ਅਸੀਂ ਇਲੈਕਸ਼ਨਾਂ ਅਗਲੀ ਵਾਰੀ 20-22 ਸੀਟਾਂ ਤੇ ਨਹੀਂ ਲੜਨੀਆਂ, ਅਸੀਂ ਸਾਰਿਆਂ ਤੇ ਅਸੀਂ ਉਮੀਦਵਾਰ ਖੜੇ ਕਰਨੇ ਨੇ, 117 ਦੇ 17 ਸਾਡੇ ਉਮੀਦਵਾਰ ਹੋਣਗੇ। ਹੁਣ ਵੀ ਕਹਿ ਰਹੇ ਨੇ ਗੱਲ 117 ਦੇ ਨਹੀਂ, ਤੁਸੀਂ 117 ਨੂੰ ਛੱਡ ਕੇ ਭਾਵੇਂ ਸਾਰਿਆਂ ਤੇ 2-2 ਵੀ ਖੜੇ ਕਰ ਦਿਓ, ਗੱਲ ਤੇ ਤੁਹਾਡੇ ਜਿਹੜਾ ਪ੍ਰੋਜੈਕਸ਼ਨ ਦੀ ਹੈ। ਖੜੇ ਕਰਨੇ ਨੂੰ ਕੀ ਉਮੀਦਵਾਰ ਹੈ ਕਿ ਇਦਾਂ ਦੇ ਉਮੀਦਵਾਰ ਖੜੇ ਹੁੰਦੇ ਨੇ ਜਿਨ੍ਹਾਂ ਨੂੰ ਸਾਰੀ ਜ਼ਿੰਦਗੀ 'ਚ ਰਲਾ ਕੇ 10,000 ਵੋਟ ਨਹੀਂ ਪੈਂਦੀ ਤੇ ਖੜੇ ਤੇ ਹੁੰਦੇ ਹੀ ਨੇ, ਜ਼ਮਾਨਤਾਂ ਜ਼ਬਤ ਹੋਣਗੀਆਂ, ਫਿਰ ਕੀ ਹੋਣਾ। ਪਰ ਗੱਲ ਜਿਹੜੇ ਓਵਰਆਲ ਕੈਲਕੂਲੇਸ਼ਨ ਦੀ ਆਵੇਗੀ ਨਾ, ਸਿੱਖ ਭਾਈਚਾਰੇ ਦੀ ਵੋਟ ਦੀ ਗੱਲ ਆਵੇਗੀ ਕੇਂਦਰੀ ਪੱਧਰ ਤੇ ਜੋ ਕੇਂਦਰੀ ਹਾਈ ਕਮਾਨ ਭਾਜਪਾ ਦੀ ਸੋਚੇਗੀ ਤੇ ਇਧਰ ਅਕਾਲੀ ਦਲ ਦੀ ਜਿਹੜੀ ਸਰਪ੍ਰਸਤੀ ਹੈ ਉਹ ਸੋਚੇਗੀ, ਉਹ ਫੈਸਲਾ ਹੋਵੇਗਾ
ਜਿਹੜੇ ਆ ਦੂਸਰੇ ਤੀਸਰੇ ਲੀਡਰ ਨੇ ਇਹਨਾਂ ਦੇ ਕਹਿਣ ਤੇ ਕਿਸੇ ਨੇ ਗੱਲ ਨਹੀਂ ਮੰਨਣੀ। ਜੀ ਕੁਲਦੀਪ ਜੀ, ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਠਜੋੜ ਹੋਏਗਾ ਕਿ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਹਾਂ, ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਉਹ ਜ਼ਰੂਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਣਗਾਨ ਕਰ ਰਹੇ ਨੇ, ਤੇ ਕਿਉਂ ਕਰ ਰਹੇ ਨੇ, ਇਸ ਪਿੱਛੇ ਕੀ ਰਾਜ਼ ਹੈ, ਇਹ ਜਾਣਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਸੋ ਕੁਲਦੀਪ ਜੀ, ਗੱਲ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ। ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀਓਂ ਲਾਇਆ ਗਿਆ ਹੈ, ਉਸ ਤੋਂ ਬਾਅਦ ਉਹ ਕਾਫੀ ਹਮਲਾਵਰ ਹੋ ਗਏ ਨੇ ਕਾਂਗਰਸ ਤੇ ਭਾਜਪਾ ਦੇ ਲੱਗਦਾ ਬਹੁਤ ਨੇੜੇ ਆ ਗਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਂ ਤਾਰੀਫਾਂ ਕਰਦੇ ਹੀ ਨਹੀਂ ਥੱਕਦੇ। ਕੀ ਕਹਿਣਾ ਚਾਹੋਗੇ, ਆਖਿਰ ਕੀ ਪੈਂਤੜਾ ਵਰਤ ਰਹੇ ਨੇ ਕੈਪਟਨ ਅਮਰਿੰਦਰ ਸਿੰਘ? ਕੈਪਟਨ ਅਮਰਿੰਦਰ ਸਿੰਘ ਜੇ ਮੈਂ ਉਹਨਾਂ ਦਾ ਪਿਛਲੇ ਦਿਨਾਂ ਦਾ ਦੇਖਾਂ, ਉਹਨਾਂ ਨੇ ਜੋ ਰਵੱਈਆ ਅਖਤਿਆਰ ਕੀਤਾ ਜੀ, ਉਹ ਕਿਸੇ ਹੱਦ ਤੱਕ ਕਨਫਿਊਜ਼ ਵੀ ਨੇ। ਉਹਨਾਂ ਨੇ ਖਿੱਚ ਕੇ ਕੁਝ ਗੱਲਾਂ ਆਖੀਆਂ ਨੇ ਜੀ, ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਿੱਧੂ ਨੂੰ ਮੈਂ ਸੀਐਮ ਨਹੀਂ ਬਣ ਦੇਣਾ, ਬਿਲਕੁਲ, ਸਿੱਧੂ ਨੂੰ ਮੈਂ ਜਿੱਤਣ ਨਹੀਂ ਦੇਣਾ, ਇਹ ਸਿੱਧੂ ਨੂੰ ਮੈਂ ਅੱਗੇ ਨਹੀਂ ਆਉਣ ਦੇਣਾ। ਗੱਲ ਕੀ ਹੈ, ਸਿੱਧੂ ਨਾਲ ਕੀ ਲੜਾਈ ਹੈ? ਬਿਲਕੁਲ, ਤੁਸੀਂ ਮੁੱਦਿਆਂ ਦੀ ਗੱਲ ਕਰੋ, ਪੰਜਾਬ ਦੇ ਮੁੱਦੇ ਤੇ ਦੱਸੋ ਕਿਹੜੇ ਨੇ ਜੀ। ਹੁਣ ਜਿਹੜੀ ਗੱਲ ਉਹ ਕਰਦੇ ਨੇ ਕਿ ਬਾਰਡਰ ਸਟੇਟ ਹੈ, ਇਸ ਤਰ੍ਹਾਂ BSF ਦੇ ਘੇਰੇ ਵਧਾਉਣ ਨੂੰ ਜਾਇਜ਼ ਠਹਿਰਾ ਰਹੇ ਨੇ ਜੀ, ਜੇ ਉਹ ਮੁੱਖ ਮੰਤਰੀ ਹੁੰਦੇ ਤੇ ਇਸ ਨੂੰ ਫੇਰ ਵੀ ਐਕਸੈਪਟ ਕਰਦੇ ਜੀ। ਅੱਜ ਪਠਾਨਕੋਟ ਦੇ ਵਿੱਚ ਹੈਂਡ ਗ੍ਰਨੇਡ ਨਾਲ ਹਮਲਾ ਹੋਇਆ ਜੀ, ਤੇ ਕੈਪਟਨ ਸਾਹਿਬ ਨੂੰ ਬੋਲਣ ਦਾ ਮੌਕਾ ਫੇਰ ਮਿਲ ਜਾਣਾ। ਚਲੋ, ਰਾਸ਼ਟਰੀ ਸੁਰੱਖਿਆ ਦਾ ਮਸਲਾ ਹੈ, ਇੱਥੇ ਅਸੀਂ ਸਮਝੌਤਾ ਨਹੀਂ ਕਰ ਸਕਦੇ। ਬਿਲਕੁਲ, ਕਿ ਸਾਡੀ 에ਅਰ ਫੋਰਸ ਦਾ ਬੇਸ ਹੈ ਜਾਂ ਆਰਮੀ ਦਾ ਬੇਸ ਹੈ, ਉਸ ਤੇ ਕੋਈ ਹਵਾ ਵੱਲ ਵੀ ਦੇਖ ਸਕੇ, ਇਹ ਮਨਜ਼ੂਰ ਤੇ ਨਹੀਂ। ਬਿਲਕੁਲ, ਪਰ ਉਸ ਦਾ ਅਰਥ ਇਹ ਤਾਂ ਨਹੀਂ ਕਿ ਅਸੀਂ ਹਰ ਵੇਲੇ ਉਸ ਚੀਜ਼ ਦਾ ਗੁਣਗਾਨ ਕਰਦੇ ਰਹੀਏ। ਗਾਂ ਵੀ ਵਧਣਾ ਹੈ, ਦੁਨੀਆ ਵਿੱਚ ਦੇਖਣਾ ਵੀ ਅਸੀਂ ਕਿਤੇ। ਬਿਲਕੁਲ। ਨਵਜੋਤ ਸਿੰਘ ਸਿੱਧੂ ਤੇ ਇਸ ਗੱਲ ਦਾ ਕਿ ਇਮਰਾਨ ਨੂੰ ਵੱਡਾ ਭਰਾ ਕਹਿ ਦਿੱਤਾ। ਗੌਤਮ ਗੰਭੀਰ ਕਹਿੰਦਾ ਜੀ ਕਿ ਤੂੰ ਆਪਣੇ ਮੁੰਡੇ ਨੂੰ ਤਾਂ ਕੁੜੀ ਨੂੰ ਉੱਥੇ ਭੇਜ ਪਹਿਲਾਂ। ਕਿੱਥੇ ਭੇਜ ਭਾਈ? ਇਹ ਪੰਜਾਬ ਹੈ, ਇੱਕ ਪਿੰਡ ਦੇ ਵਿੱਚ 50-50 ਫੌਜੀ ਨੇ, ਛੋਟੇ ਛੋਟੇ ਪਿੰਡਾਂ ਦੇ ਵਿੱਚ। ਜੀ, ਹਰ ਜ਼ਿਲ੍ਹੇ ਦੇ ਵਿੱਚ ਦੂਜੇ ਤੀਜੇ ਦਿਨ ਕਿਸੇ ਸ਼ਹੀਦ ਫੌਜੀ ਦੀ ਮ੍ਰਿਤਕ ਦੇਹ ਆਉਂਦੀ ਹੈ। ਬਿਲਕੁਲ। ਦਿੱਲੀ ਵਿੱਚ ਤੁਸੀਂ MP ਹੋ ਦਿੱਲੀ ਤੋਂ, ਉੱਥੇ ਕਿੰਨੀਆਂ ਕਿ ਜਾਂਦੀਆਂ ਨੇ? ਚਲੋ, ਕੋਈ ਮੁਕਾਬਲਾ ਨਹੀਂ ਜੀ, ਪਰ ਜੋ ਪੰਜਾਬ ਦਾ ਯੋਗਦਾਨ ਹੈ ਉਸ ਨੂੰ ਕਿਸੇ ਤਰੀਕੇ ਨਾਲ ਦੇਖਣਾ ਚਾਹੀਦਾ। ਬਿਲਕੁਲ। ਤੁਸੀਂ ਦਿੱਲੀ ਬੈਠੇ ਹੋ, ਪੰਜਾਬ ਦੀ ਧਰਤੀ ਤੇ ਤੁਸੀਂ ਕਦੀ ਪੈਰ ਨਹੀਂ ਪਾਇਆ, ਬਾਰਡਰ ਤੁਸੀਂ ਖੁਦ ਜਾ ਕੇ ਕਦੀ ਦੇਖਿਆ ਨਹੀਂ ਜੀ। ਤੇ ਨਵਜੋਤ ਸਿੰਘ ਸਿੱਧੂ ਜੇ ਕੋਈ ਅਮਨ ਸ਼ਾਂਤੀ ਦੀ ਗੱਲ ਅੱਗੇ ਵਧਾ ਸਕਦਾ ਤੇ ਤੁਸੀਂ ਉਸਦੇ ਪੈਰ ਪਛਾਣ ਨੂੰ ਖਿੱਚ ਰਹੇ ਹੋ। ਬਿਲਕੁਲ। ਵਿਰਾਟ ਕੋਹਲੀ ਨੇ ਉਹਨਾਂ ਦੇ ਖਿਡਾਰੀ ਨੂੰ ਮੈਚ ਹਾਰਨ ਤੋਂ ਬਾਅਦ ਜੱਫੀ ਪਾਈ, ਮੁਸਕਰਾਹਟ ਚਿਹਰੇ ਤੇ ਲਿਆ ਕੇ, ਉਸਨੇ ਕੀ ਕਸੂਰ ਕਰ ਦਿੱਤਾ? ਉਸਦੇ ਖਿਲਾਫ ਵੀ ਬੋਲੋ ਫਿਰ ਤੁਸੀਂ। ਬਿਲਕੁਲ। ਤੁਹਾਡਾ ਮੌਜੂਦਾ ਕਪਤਾਨ ਹੈ, ਤੁਸੀਂ ਵੀ ਕ੍ਰਿਕਟ ਖੇਡਦੇ ਰਹੇ ਹੋ। ਜਿੰਨੇ ਕੁ ਮਾਰ ਕੇ ਤੁਸੀਂ ਮਾਰੇ ਨੇ, ਨਵਜੋਤ ਸਿੰਘ ਸਿੱਧੂ ਦੇ ਵੀ ਉਹੀ ਮਾਰ ਕੇ ਨੇ। ਤੁਸੀਂ ਚੁੱਪ ਰਹੋ ਤੇ ਜ਼ਿਆਦਾ ਬਿਹਤਰ ਹੈ। ਪਰ ਨਹੀਂ, ਇੱਥੇ ਰਿਹਾ ਨਹੀਂ ਜਾਂਦਾ। ਇੱਥੇ ਆਪਣੇ ਆਪ ਨੂੰ ਇੱਕ ਖਾਸ ਤੌਰ ਤੇ ਰਾਸ਼ਟਰਵਾਦੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਜਿੱਥੋਂ ਤੱਕ ਕੈਪਟਨ ਦੇ ਪੈਂਤੜੇ ਦੀ ਗੱਲ ਹੈ, ਤੁਸੀਂ ਗੱਲ ਪਿਛਲੇ ਹਿੱਸੇ ਦੇ ਵਿੱਚ ਪੰਜਾਬ ਦੇ ਭਾਜਪਾ ਆਗੂਆਂ ਦੀ ਕੀਤੀ ਸੀ। ਰਾਸ਼ਟਰਵਾਦੀ ਸੋਚ ਵਾਲੇ ਲੋਕ ਸਾਡੇ ਨਾਲ ਕਦੇ ਵੀ ਜੁੜ ਸਕਦੇ ਨੇ। ਬਿਲਕੁਲ। ਕਿਸੇ ਪਾਰਟੀ ਦੇ ਵੀ ਹੋਣ, ਕਹਿੰਦੇ ਨੇ ਕਿ ਉਹ ਰਾਸ਼ਟਰਵਾਦੀ ਹੋਣ ਤੇ ਉਹ ਅਸੀਂ ਉਹਨਾਂ ਨਾਲ ਚੱਲਣ ਨੂੰ, ਉਹਨਾਂ ਨਾਲ ਗੱਠਜੋੜ ਕਰਨ ਨੂੰ ਕਦੇ ਵੀ ਤਿਆਰ ਹਾਂ। ਤੇ ਬਿਲਕੁਲ ਭਾਜਪਾ ਵਾਲੇ ਕੈਪਟਨ ਨੂੰ ਕਹਿੰਦੇ ਵੀ ਆਏ ਨੇ ਕਿ ਉਹ ਰਾਸ਼ਟਰਵਾਦੀ ਨੇ। ਬਿਲਕੁਲ ਜੀ, ਰਾਸ਼ਟਰਵਾਦੀ ਉਹਨਾਂ ਨੂੰ ਆਖਿਆ ਜਾ ਰਿਹਾ ਹੈ। ਇਹ ਖਿਤਾਬ ਦੇਣ ਵਾਲੇ ਭਾਜਪਾ ਵਾਲੇ ਕੌਣ ਹੁੰਦੇ ਨੇ ਕਿਸੇ ਨੂੰ ਰਾਸ਼ਟਰਵਾਦੀ ਦਾ? ਬਿਲਕੁਲ। ਰਾਸ਼ਟਰਵਾਦੀ ਦੀ ਪਰਿਭਾਸ਼ਾ ਕੀ ਹੈ, ਇਹ ਗੱਲ ਕੋਈ ਦੱਸੇਗਾ? ਜੀ, ਰਾਸ਼ਟਰਵਾਦੀ ਕਿਸ ਨੂੰ ਆਖਿਆ ਜਾਂਦਾ ਹੈ? ਇਹ ਜਿਹੜੀਆਂ ਗੱਲਾਂ ਨੇ, ਇਹੋ ਜਿਹੀਆਂ ਗੱਲਾਂ ਇਹ ਫਰਕ ਪਾ ਦਿੰਦੀਆਂ ਨੇ ਭਾਈਚਾਰਿਆਂ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਹਾਲ ਦੀ ਘੜੀ BJP ਦੀ ਦੋਸਤੀ ਦਾ ਨਿੱਘ ਮਾਣ ਰਹੇ ਨੇ, ਪਰ ਦੂਜੇ ਪਾਸੇ ਜਿਹੜਾ ਸੇਕ ਉਹਨਾਂ ਨੂੰ ਆਪਣਿਆਂ ਤੋਂ ਲੱਗਾ ਹੈ, ਜਿਨ੍ਹਾਂ ਦੇ ਕਰਕੇ ਉਹਨੇ 9.5 ਸਾਲ ਪੰਜਾਬ ਤੇ ਰਾਜ ਕੀਤਾ ਹੈ, ਉਹ ਉਹਨਾਂ ਨੂੰ ਕਦੇ ਭੁੱਲੇਗਾ ਨਹੀਂ। ਬਿਲਕੁਲ। ਥੋੜਾ ਜਿਹਾ ਰਵੱਈਆ ਉਹਨਾਂ ਨੇ ਨਰਮ ਵੀ ਕੀਤਾ ਹੈ। ਹੁਣ ਸਿੱਧੂ ਦੇ ਖਿਲਾਫ ਬਹੁਤਾ ਇੱਦਾਂ ਸਿੱਧਾ ਹੋ ਕੇ ਟਵੀਟ ਵਗੈਰਾ ਜਾਂ ਗੱਲਾਂ ਨਹੀਂ ਉਹਨਾਂ ਨੇ ਕੀਤੀਆਂ, ਨਾ ਉਹਨਾਂ ਦੇ ਮੀਡੀਆ ਸਲਾਹਕਾਰ ਨੇ, ਨਾ ਖੁਦ। ਜੀ। ਐਡਵੋਕੇਟ ਜਨਰਲ ਦੇ ਮਾਮਲੇ ਤੇ ਵੀ ਬਦਲੀ ਕੀਤੇ ਜਾਣ ਤੇ ਖਾਸ ਬੋਲੇ ਨਹੀਂ। ਜ਼ਾਹਿਰਾ ਤੌਰ ਤੇ ਉਹ ਕੁਝ ਹੁਣ ਆਪਣੀ ਹੋਰ ਰਣਨੀਤੀ ਦੇ ਵਿੱਚ ਲੱਗੇ ਹੋਏ ਨੇ। ਜਿਸ ਤਰ੍ਹਾਂ ਦੀ ਉਹਨਾਂ ਦੀ ਮੂਵਮੈਂਟ ਰਹੀ ਹੈ ਪਿਛਲੇ 4 ਸਾਲ, ਉਸ ਤੋਂ ਇਹ ਵੀ ਅੰਦਾਜ਼ਾ ਲੱਗਦਾ ਰਿਹਾ ਕਿ ਉਮਰ ਦਰਾਜ਼ ਵੀ ਹੋ ਚੁੱਕੇ ਨੇ ਤੇ ਹੋ ਸਕਦਾ ਹੈ ਕਿ ਸਿਹਤ ਉਹਨਾਂ ਦੀ ਬਹੁਤ ਉਹਨਾਂ ਨੂੰ ਮੂਵਮੈਂਟ ਦੀ ਇਜਾਜ਼ਤ ਨਾ ਦਿੰਦੀ ਹੋਵੇ। ਪਰ ਫਿਰ ਵੀ ਲੱਗਦਾ ਤਾਂ ਇੱਦਾਂ ਹੀ ਹੈ ਜਿਵੇਂ ਉਹਨਾਂ ਦੇ ਬਿਆਨ ਆਉਂਦੇ ਨੇ ਜਾਂ ਜੋ ਉਹ ਕਰ ਰਹੇ ਨੇ, ਅਭੀ ਤੋਂ ਮੈਂ ਜਵਾਨ ਹੂੰ, ਅਭੀ ਤੋਂ ਮੈਂ ਜਵਾਨ ਹੂੰ। ਬਿਲਕੁਲ। ਉਹ ਹੁਣ ਕਹਿ ਰਹੇ ਨੇ ਕਿ ਦੇਖੋ, ਪਟਿਆਲੇ ਦੇ ਲੋਕਾਂ ਨਾਲ ਸਾਡਾ 400 ਸਾਲ ਦਾ ਵਾਹ ਵਾਸਤਾ ਹੈ ਜੀ।
ਸ਼ਾਹੀ ਘਰਾਣਾ ਹੈ, ਭਾਈ ਰਾਜ ਕੀਤਾ ਹੈ, ਪਟਿਆਲਾ ਰਿਆਸਤ ਸੀ ਤੇ ਹੁਣ ਉਹ ਕਹਿੰਦੇ ਨੇ ਕਿ ਮੈਂ ਇਹਨਾਂ ਨੂੰ ਛੱਡ ਨਹੀਂ ਸਕਦਾ। ਚਲੋ ਤੁਸੀਂ ਇੱਕ ਵਾਰੀ ਪਹਿਲਾਂ ਛੱਡ ਚੁੱਕੇ ਹੋ, ਅੰਮ੍ਰਿਤਸਰ ਤੋਂ ਤੁਸੀਂ ਜੇਟਲੀ ਨੂੰ ਹਰਾਉਣ ਗਏ ਹੋਏ ਸੀ, ਬਿਲਕੁਲ, ਤੇ ਨਾ ਜੇਟਲੀ ਨੂੰ ਹਰਾਉਣ ਤੱਕ ਹੀ ਸੀਮਿਤ ਰੱਖ ਲਿਆ, ਉਹਨਾਂ ਨੂੰ ਵੀ ਨਾਰਾਜ਼ ਕਰ ਲਿਆ ਤੇ ਨਾ ਲੋਕ ਸਭਾ ਦੇ ਵਿੱਚ ਕੋਈ ਹਾਜ਼ਰੀ ਲਾਈ, ਨਾ ਪੰਜਾਬ ਦਾ ਕੋਈ ਮੁੱਦਾ ਉਠਾਇਆ। ਚਲੋ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਠੀਕ ਸਮਝਿਆ ਤੇ ਤੁਹਾਨੂੰ ਮੁੱਖ ਮੰਤਰੀ ਇੱਕ ਵਾਰੀ ਫੇਰ ਬਣਾ ਦਿੱਤਾ। ਪਰ ਹੁਣ ਉਹ ਜ਼ਿਆਦਾ ਕਰਕੇ ਇਸ ਗੱਲ ਨੂੰ ਐਕਸੈਪਟ ਕਰ ਲੈਣ ਕਿ ਇਹ ਮੇਰੀ ਰਾਜਨੀਤਿਕ ਪਾਰੀ ਜਿਹੜੀ ਹੈ, ਮੈਂ ਇਸ ਤਰੀਕੇ ਨਾਲ ਖੇਡਾਂ, ਜੇ ਮੈਂ ਹੁਣ ਵੀ ਕੁਝ ਕਰਨਾ ਹੈ ਤੇ ਮੈਂ ਕਾਂਗਰਸ ਦੇ ਵਿੱਚ ਰਹਿ ਕੇ ਹੀ ਸੀਨੀਅਰ ਲੀਡਰ ਦੇ ਤੌਰ ਤੇ ਬਹੁਤ ਕੁਝ ਕਰ ਸਕਦਾ ਹੈ। ਅੱਜ ਪੰਜਾਬ ਵਿੱਚ ਨਹੀਂ ਤੇ ਕੱਲ੍ਹ ਨੂੰ ਕੇਂਦਰ ਦੇ ਵਿੱਚ ਕੁਝ ਉਹਨਾਂ ਕੋਲ ਅਹੁਦਾ ਹੋ ਸਕਦਾ ਹੈ, ਪਰ ਨਹੀਂ, ਉਹਨਾਂ ਨੇ ਬਗਾਵਤ ਵਾਲਾ ਰਸਤਾ ਅਖਤਿਆਰ ਕੀਤਾ ਹੈ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਬੀਬੀ ਪਰਨੀਤ ਕੌਰ ਜਿਹੜੇ ਉਹਨਾਂ ਦੇ ਅਸਤੀਫਾ ਦੇਣ ਵੇਲੇ ਉਹਨਾਂ ਦੇ ਐਨ ਪਿੱਛੇ ਖੜੇ ਸੀ, ਉਸ ਤੋਂ ਬਾਅਦ ਉਹ ਦੇਖੇ ਨਹੀਂ ਗਏ ਉਹਨਾਂ ਦੇ ਨਾਲ। ਬਿਲਕੁਲ। ਪਰ ਹੁਣ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਨਾਲੋਂ ਪਰਿਵਾਰ ਨੂੰ ਅਹਿਮੀਅਤ ਦੇਵਾਂਗੀ, ਸਿਰਫ ਇੰਨਾ ਹੀ। ਤੇ ਸਾਡੀ ਕਾਂਗਰਸ ਹਾਈ ਕਮਾਨ ਹੈ, ਉਹਨਾਂ ਵਿੱਚ ਇੰਨੀ ਤਾਕਤ ਨਹੀਂ, ਇੰਨੀ ਜੁਰਤ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਲੱਥਦੇ ਨੇ ਗੱਦੀਆਂ, ਉਸੇ ਵੇਲੇ ਕਹਿੰਦੇ ਨੇ ਕਿ ਮੈਂ ਅੱਜ ਤੋਂ ਕਾਂਗਰਸ ਪਾਰਟੀ ਵਿੱਚ ਨਹੀਂ। ਬਿਲਕੁਲ। ਆਪਣੇ ਪ੍ਰੋਫਾਈਲ ਤੋਂ ਕਾਂਗਰਸ ਦਾ ਨਾਮ ਵੀ ਹਟਾ ਦਿੰਦੇ ਨੇ ਤੇ ਨਵੀਂ ਪਾਰਟੀ ਦਾ ਐਲਾਨ ਵੀ ਕਰ ਦਿੰਦੇ ਨੇ। ਅੱਜ ਤੱਕ ਕਾਂਗਰਸ ਹਾਈ ਕਮਾਨ ਵੱਲੋਂ ਉਹਨਾਂ ਨੂੰ ਪਾਰਟੀ ਚੋਂ ਕੱਢਣ ਦਾ ਕੋਈ ਨੋਟਿਸ ਜਾਂ ਦੂਜੀ ਤੀਜੀ ਗੱਲ ਨਹੀਂ ਕੀਤੀ ਗਈ। ਜੀ। ਪਰਨੀਤ ਕੌਰ ਐਮਪੀ ਦੇ ਆਨੰਦ ਮਾਣ ਰਹੇ ਨੇ, ਕੋਠੀ ਵੀ ਮਿਲੀ ਹੋਈ ਹੈ ਮੈਂਬਰ ਪਾਰਲੀਮੈਂਟ ਵਾਲੀ, ਤੇ ਸਾਰੇ ਸੁੱਖ ਭੋਗ ਰਹੇ ਨੇ। ਹੁਣ ਪਟਿਆਲਾ ਨਹੀਂ ਛੱਡਣਾ। ਇਹਨਾਂ ਨੇ ਤਾਂ ਨਵਜੋਤ ਸਿੰਘ ਨੂੰ ਕਹਿ ਦਿੱਤਾ ਸੀ ਕਿ ਤੂੰ ਆ ਜਾ ਇੱਥੇ ਲੜ ਕੇ ਦੇਖ ਇਲੈਕਸ਼ਨ, ਤੇਰਾ ਜਨਰਲ ਜੇ ਸਿੰਘ ਵਾਲਾ ਹਾਲ ਹੋਣਾ। ਬਿਲਕੁਲ। ਸਾਬਕਾ ਚੀਫ ਆਫ ਦੀ ਆਰਮੀ ਸਟਾਫ ਨੂੰ ਇਸ ਤਰ੍ਹਾਂ ਇੱਕ ਨੀਵਾਂ ਵਿਖਾ ਕੇ ਕੀ ਸਾਬਤ ਕਰਨਾ ਚਾਹੁੰਦੇ ਸੀ ਕੈਪਟਨ ਸਾਹਿਬ? ਬਿਲਕੁਲ ਮਾੜੀ ਗੱਲ ਸੀ ਉਹਨਾਂ ਲਈ। ਮੈਂ ਸਮਝਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ, ਉਹਨਾਂ ਦਾ ਸਟੇਟਸ ਹੋਰ ਹੋਣਾ ਚਾਹੀਦਾ, ਅੱਜ ਵੀ ਹੋਣਾ ਚਾਹੀਦਾ। ਬਿਲਕੁਲ। ਪਰ ਉਹ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰ ਰਹੇ ਨੇ, ਜਿਵੇਂ ਉਹਨਾਂ ਨੇ ਕਿਹਾ ਸੀ। ਹੁਣ ਉਹਨਾਂ ਨੇ ਕਹਿ ਦਿੱਤਾ ਕਿ ਪਟਿਆਲਾ ਨਹੀਂ ਛੱਡਾਂਗੇ ਜੀ, ਤੇ ਇੱਥੋਂ ਲੋਕ ਸਭਾ ਵੀ ਲੜ ਸਕਦੇ ਨੇ। ਤੇ ਬੀਬੀ ਨਵਜੋਤ, ਡਾਕਟਰ ਨਵਜੋਤ ਕੌਰ ਸਿੱਧੂ ਨੇ ਕਹਿ ਦਿੱਤਾ ਕਿ ਤੁਸੀਂ ਆਓ ਅੰਮ੍ਰਿਤਸਰ, ਜਿੱਥੋਂ ਨਵਜੋਤ ਸਿੰਘ ਸਿੱਧੂ MLA ਨੇ, ਤੁਸੀਂ ਉੱਥੋਂ ਲੜ ਕੇ ਵਿਖਾਓ। ਬਿਲਕੁਲ। ਉਸ ਤੇ ਕੋਈ ਜਵਾਬ ਨਾ ਆਇਆ। ਹੁਣ ਇਹ ਆਪਸੀ ਦੋ ਪਰਿਵਾਰਾਂ ਦੀ ਕਸ਼ਮਕਸ਼ ਹੈ। ਨਵਜੋਤ ਸਿੰਘ ਸਿੱਧੂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਭਾਵੇਂ ਪਟਿਆਲਾ ਉਹਨਾਂ ਦਾ ਘਰ ਹੈ, ਪਹਿਲੀ ਗੱਲ, ਪਟਿਆਲਾ ਉਹਨਾਂ ਦਾ ਜਿਵੇਂ ਉਹਨਾਂ ਦਾ ਸ਼ਹਿਰ ਹੈ ਭਾਈ, ਇੱਥੇ ਰਹੇ ਨੇ ਸਾਰੀ ਜ਼ਿੰਦਗੀ, ਇੱਥੇ ਹੀ ਟ੍ਰੇਨਿੰਗ ਕੀਤੀ ਹੈ, ਇੱਥੇ ਹੀ ਖੇਡੇ ਨੇ, ਸਾਰਾ ਉਹਨਾਂ ਦਾ ਇੱਥੇ ਆ। ਪਰ ਅੰਮ੍ਰਿਤਸਰ ਦੇ ਵਿੱਚ ਉਹ ਗਏ ਸੀ ਤੇ ਉਹਨਾਂ ਨੇ ਕਿਹਾ ਕਿ ਇਲੈਕਸ਼ਨ ਮੈਂ ਹੁਣ ਉੱਥੋਂ ਹੀ ਲੜਨੀ ਹੈ। ਪਰ ਗੱਲ ਇਹ ਹੈ ਕਿ ਉਹਨਾਂ ਨੇ ਡੇਰੇ ਪਿਛਲੇ ਦਿਨਾਂ ਤੋਂ ਪਟਿਆਲੇ ਹੀ ਲਾਏ ਹੋਏ ਨੇ ਜੀ। ਸੋ ਇਹ ਕਸ਼ਮਕਸ਼ ਚੱਲਦੀ ਰਹੇਗੀ। ਪਰ ਕੈਪਟਨ ਅਮਰਿੰਦਰ ਸਿੰਘ ਥੋੜਾ ਜਿਹਾ ਉਖੜੇ ਹੋਏ ਨੇ। ਭਾਜਪਾ ਦੇ ਕੌਮੀ ਪੱਧਰ ਤੇ ਆਗੂਆਂ ਨਾਲ, ਅਮਿਤ ਸ਼ਾਹ ਨਾਲ ਉਹਨਾਂ ਦੀ ਗੱਲਬਾਤ ਹੋਈ ਜ਼ਰੂਰ ਹੈ ਇੱਕ ਦੋ ਵਾਰੀ। ਖੇਤੀ ਕਾਨੂੰਨਾਂ ਬਾਰੇ ਵੱਡੇ ਇਸ਼ਤਿਹਾਰ ਉਹਨਾਂ ਦੇ ਛਪ ਗਏ ਅਖਬਾਰਾਂ ਦੇ ਵਿੱਚ ਕਿ ਇਹਨਾਂ ਨੂੰ ਵਾਪਸ ਕਰਕੇ ਵਧੀਆ ਕੀਤਾ, ਮੋਦੀ ਵਧੀਆ ਕੰਮ ਹੈ, ਵਿਜ਼ਨਰੀ ਹੈ, ਲੋਕਾਂ ਦੀ ਗੱਲ ਸੁਣਨ ਵਾਲੇ ਜਿਹੜੇ ਨੇ ਪ੍ਰਧਾਨ ਮੰਤਰੀ ਨੇ। ਬਿਲਕੁਲ। ਚਲੋ ਮੰਨ ਲੈਂਦੇ ਉਹਨਾਂ ਦੀ ਗੱਲ, ਪਰ ਇੰਨਾ ਜ਼ਿਆਦਾ ਗੁਣਗਾਨ ਕਰਨਾ ਤੇ 700 ਕਿਸਾਨ ਦੀ ਮੌਤ ਦੇ ਉੱਪਰ ਇਸ ਤਰ੍ਹਾਂ ਦੀ ਕੋਈ ਖੁਸ਼ੀ ਦਾ ਪ੍ਰਗਟਾਵੇ ਬਾਰ-ਬਾਰ ਕਰਨੇ, ਇਹ ਕੋਈ ਵਧੀਆ ਗੱਲ ਨਹੀਂ ਹੈਗੀ। ਨਾਲੇ 1 ਸਾਲ ਬਾਅਦ ਲੋਕਾਂ ਦੀ ਗੱਲ ਸੁਣਨ ਵਾਲੇ ਪ੍ਰਧਾਨ ਮੰਤਰੀ। ਦੂਸਰੀ ਗੱਲ, ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ, ਜਿਸ ਤਰ੍ਹਾਂ ਦਾ ਅੜੀਅਲ ਰਵੱਈਆ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਅਖਤਿਆਰ ਕੀਤਾ ਰਿਹਾ, ਇੱਥੇ ਬੇਰੁਜ਼ਗਾਰ ਅਧਿਆਪਕ ਕਈ ਮਰਨ ਵਰਤੇ ਬੈਠੇ ਹੋਏ ਨੇ, ਭੁੱਖ ਹੜਤਾਲਾਂ ਤੇ ਸਾਲਾਂ ਦੇ ਸਾਲਾਂ ਤੋਂ ਬੈਠੇ ਹੋਏ ਨੇ, ਹੋਰ ਕਈ ਕੱਚੇ ਮੁਲਾਜ਼ਮ ਜਿਹੜੇ ਨੇ ਹਰ ਵਰਗ ਦੇ ਬੈਠੇ ਹੋਏ ਨੇ। ਤੁਸੀਂ ਮੈਨੂੰ ਦੱਸੋ, ਜੇ ਕੈਪਟਨ ਅਮਰਿੰਦਰ ਸਿੰਘ ਨਰਿੰਦਰ ਮੋਦੀ ਦੀ ਜਗ੍ਹਾ ਤੇ ਹੁੰਦੇ ਤਾਂ ਕੀ ਕਾਨੂੰਨ ਵਾਪਸ ਹੋ ਜਾਂਦੇ? ਮੈਨੂੰ ਤਾਂ ਨਹੀਂ ਲੱਗਦਾ। ਜਿੱਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਵੱਈਆ, ਸੇਮ ਉਸੇ ਤਰ੍ਹਾਂ ਹੀ ਕੈਪਟਨ ਅਮਰਿੰਦਰ ਸਿੰਘ ਦਾ ਜੀ, ਉਹਨਾਂ ਦੇ ਫੇਰ ਵੀ ਕਰ ਲਏ ਨੇ। ਪਰ ਇਸ ਤਰ੍ਹਾਂ ਜੇ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਕੁਝ ਕਰਨਾ, ਉਹ ਕਹਿੰਦੇ ਮੈਂ ਪੰਜਾਬ ਲਈ ਕੁਝ ਕਰਨਾ ਚਾਹੁੰਦਾ, ਤੇ ਪੰਜਾਬ ਲਈ ਉਹਨਾਂ ਦੇ ਕਰਨ ਦੇ 100 ਤਰੀਕੇ ਹੋਰ ਹੋਣਗੇ। ਇਸ ਤਰ੍ਹਾਂ ਜਿਹੜਾ ਹੈ, ਮੈਂ ਸਮਝਦਾ ਕਿ ਪਾਰਟੀਆਂ ਨਾਲ ਗੱਠ ਜੋੜ, ਗੰਢ ਤੁੱਪ ਮੈਂ ਕਹਾਂਗਾ ਜੀ। ਗੱਠ ਜੋੜ ਤੇ ਹੁੰਦਾ ਨਾ ਕੋਈ ਬੜੀ ਮਜ਼ਬੂਤ, ਗੰਢ ਤੁੱਪ ਹੈ ਜਿਵੇਂ ਕਿਸੇ ਪਾਰਟੀ ਦੀ ਚੀਜ਼ ਨੂੰ ਕੋਈ ਸਿਉਣਾ ਜਾਂ ਹੋਵੇ ਤੇ ਟਾਕੀਆਂ ਲਾ ਲੈਣੀਆਂ ਹੋਣ, ਇਸ ਤਰ੍ਹਾਂ ਦਾ ਕੰਮ ਉਹ ਕਰ ਰਹੇ ਨੇ। ਢੀਂਡਸਾ ਸਾਹਿਬ ਨੂੰ ਨਾਲ ਰਲਾ ਲੈਣਾ ਹੈ, ਉਹਦੇ ਨਾਲ ਵੀ ਹੋ ਜਾਣਾ ਹੈ, ਹਮ ਖਿਆਲੀ ਪਾਰਟੀਆਂ ਨਾਲ ਕਰਾਂਗੇ। ਪੰਜਾਬ ਬਾਰਡਰ ਸਟੇਟ ਹੈ, ਬਾਰਡਰ ਹੈ, ਤੇ ਡਰੋਨਾਂ ਨਾਲ ਹਮਲੇ ਹੋ ਰਹੇ ਨੇ। ਠੀਕ ਹੈ, ਜਿਹੜੇ ਮੁੱਦੇ ਪੰਜਾਬ ਦੇ 4-5 ਸਨ, ਉਹਨਾਂ ਬਾਰੇ ਦੱਸੋ ਤੁਸੀਂ ਕੀ ਕੀਤਾ ਹੈ। ਨੌਜਵਾਨੀ ਦਾ ਮਸਲਾ ਹੈ, ਨਸ਼ਿਆਂ ਦਾ ਮਸਲਾ ਹੈ, ਬੇਅਦਬੀ ਕਾਂਡ ਦੀ ਗੱਲ ਹੈ, ਗੋਲੀ ਕਾਂਡ ਦੀ ਗੱਲ ਹੈ, ਰੇਤਾ ਦਾ ਮਸਲਾ ਹੈ, ਸ਼ਰਾਬ ਦੇ ਐਕਸਾਈਜ਼ ਡਿਊਟੀ ਦਾ ਮਸਲਾ, ਸਾਰੇ ਮਸਲੇ ਨੇ। ਟਰਾਂਸਪੋਰਟ ਵਿਭਾਗ ਦੇ ਹੁਣ ਕਾਰਵਾਈਆਂ ਹੋਣ ਲੱਗੀਆਂ ਨੇ। ਇਹ 4 ਸਾਲ ਪਹਿਲਾਂ ਹੁੰਦੀਆਂ ਤੇ ਸਾਡਾ ਰੈਵਨਿਊ ਕਿੱਥੇ ਜਾਂਦਾ ਸੀ? ਬਿਲਕੁਲ। ਇਹ ਹਿਸਾਬ ਕਿਤਾਬ ਕਿਸੇ ਨੇ ਨਹੀਂ ਦੇਣਾ। ਕੈਪਟਨ ਸਾਹਿਬ, ਮੈਂ ਸਮਝਦਾ ਕਿ ਜਿੰਨੇ ਸਿਆਣੇ ਨੇ, ਜਿੰਨੇ ਸਟੇਟਸਮੈਨ ਦੀ ਉਹਨਾਂ ਕੋਲ ਕਾਬਲੀਅਤ ਹੈ ਬਣਨ ਦੀ, ਉਹ ਬਣੇ ਰਹਿਣ ਤੇ ਜ਼ਿਆਦਾ ਬਿਹਤਰ ਹੋਵੇਗਾ
ਜੀ, ਸਭ ਤੋਂ ਵੱਡੀ ਗੱਲ ਹੈ ਕਿ ਜੇ ਕੈਪਟਨ ਸਾਹਿਬ ਨੇ ਸੋਚਿਆ ਹੁੰਦਾ ਪੰਜਾਬ ਦੇ ਮੁੱਦਿਆਂ ਬਾਰੇ ਤਾਂ ਸ਼ਾਇਦ ਅੱਜ ਉਹਨਾਂ ਦੀ ਇਹ ਹਾਲਤ ਹੀ ਨਾ ਹੁੰਦੀ ਤੇ ਕੁਰਸੀ ਅੱਜ ਵੀ ਉਹਨਾਂ ਦੇ ਥੱਲੇ ਹੀ ਹੁੰਦੀ ਤੇ ਅੱਜ ਵੀ ਮੁੱਖ ਮੰਤਰੀ ਹੀ ਹੁੰਦੇ। ਸੋ ਕੁਲਦੀਪ ਜੀ, ਜੇ ਅਸੀਂ ਗੱਲ ਕਰ ਲਈਏ ਕਿਸਾਨੀ ਮੁੱਦਿਆਂ ਦੀ, ਬੇਸ਼ੱਕ ਤਿੰਨੋਂ ਖੇਤੀ ਕਾਨੂੰਨ ਜਿਹੜੇ ਹੈ ਉਹ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਕਿਸਾਨਾਂ ਵੱਲੋਂ ਜਿਹੜਾ ਆਪਣਾ ਧਰਨਾ ਉਹ ਚੁੱਕਿਆ ਨਹੀਂ ਗਿਆ। ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਇਹ ਜਿਹੜਾ ਸੰਘਰਸ਼ ਹੈ ਇਸੇ ਤਰ੍ਹਾਂ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਕਿ ਸੰਸਦ ਦੇ ਵਿੱਚ ਇਹ ਕਾਨੂੰਨ ਵਾਪਸ ਨਹੀਂ ਲਏ ਜਾਂਦੇ। ਤੇ ਹੋਰ ਵੀ ਬਹੁਤ ਸਾਰੇ ਉਹਨਾਂ ਨੇ ਅੱਜ ਖੁੱਲ੍ਹਾ ਪੱਤਰ ਲਿਖਿਆ ਪ੍ਰਧਾਨ ਮੰਤਰੀ ਨੂੰ, ਜਿਹਦੇ ਵਿੱਚ ਉਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਹੋਰ ਮੰਗਾਂ ਦੱਸੀਆਂ ਨੇ। ਕੀ ਕਹਿਣਾ ਚਾਹੋਗੇ? ਤੁਹਾਨੂੰ ਲੱਗਦਾ ਹੈ ਕਿ ਜਿਹੜਾ ਕਿਸਾਨੀ ਮਸਲਾ ਜਿਹੜਾ ਇੰਨੇ ਪੁਰਾਣੇ ਸਮੇਂ ਤੋਂ ਜਿਹੜੇ ਚੱਲਦੇ ਆ ਰਹੇ ਨੇ, ਕੀ ਇਹ ਹੱਲ ਹੋ ਜਾਣਗੇ? ਕਿਸਾਨ ਸੌਖੇ ਹੋ ਜਾਣਗੇ? ਜੀ ਨਹੀਂ, ਸਪਸ਼ਟ ਲਫ਼ਜ਼ਾਂ ਦੇ ਵਿੱਚ ਨਹੀਂ ਜੀ। ਤੁਸੀਂ ਆਪਣੇ ਆਪ ਨੂੰ 1 ਸਾਲ ਜਾਂ 1.5 ਸਾਲ ਰਿਵਾਈਂਡ ਕਰ ਲਓ। ਜਿੱਦਣ ਖੇਤੀ ਕਾਨੂੰਨ ਆਏ ਹੀ ਨਹੀਂ ਸਨ ਜੀ, ਉਦਣ ਕਿਸਾਨਾਂ ਦੇ ਕੀ ਮਸਲੇ ਸੀ? ਬਿਲਕੁਲ, ਖੁਦਕੁਸ਼ੀਆਂ ਤਾਂ ਪਹਿਲਾਂ ਹੀ ਸੀ। ਪੰਜਾਬ ਦੇ ਵਿੱਚ, ਹਰਿਆਣੇ 'ਚ, ਯੂਪੀ 'ਚ, ਮਹਾਰਾਸ਼ਟਰ 'ਚ, ਮੱਧ ਪ੍ਰਦੇਸ਼ 'ਚ ਕਿੱਥੇ ਨਹੀਂ ਸੀ? ਜੀ, ਅੰਕੜੇ ਜਿਹੜੇ ਨੇ ਉਹ ਤੁਸੀਂ ਦੇਖ ਲਓ, ਖੁਦਕੁਸ਼ੀਆਂ ਤੇ ਅੱਜ ਵੀ ਚੱਲ ਰਹੀਆਂ ਨੇ। ਬਿਲਕੁਲ। ਫਸਲਾਂ ਦੇ ਭਾਅ ਨਹੀਂ ਮਿਲ ਰਹੇ। ਮੈਂ ਤੁਹਾਨੂੰ ਯੂਪੀ ਦੀ ਇੱਕ ਗੱਲ ਦੱਸਦਾ। ਜੀ, 1940 ਰੁਪਏ ਪ੍ਰਤੀ ਕੁਇੰਟਲ ਜਿਹੜਾ ਹੈ ਝੋਨੇ ਦਾ ਮੁੱਲ ਜਿਹੜਾ ਤੈਅ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ। ਜੀ, ਯੂਪੀ ਦੀਆਂ ਬਹੁਤ ਦੂਰ ਦੀਆਂ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ 1000 ਰੁਪਈਆ ਵੀ ਨਹੀਂ ਮਿਲ ਰਿਹਾ। ਜੇ ਕਿਤੇ ਮੁੱਲ ਮਿਲ ਰਿਹਾ ਯੂਪੀ ਦੇ ਵਿੱਚ ਤੇ ਲਖੀਮਪੁਰ, ਜਿੱਥੇ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ, ਉੱਥੇ ਇੰਨਾ ਕੁਝ ਹੋਇਆ। ਲਖੀਮਪੁਰ ਖੀਰੀ ਦੇ ਵਿੱਚ ਜਾਨਾਂ ਗਈਆਂ ਨੇ ਕਿਸਾਨਾਂ ਦੀਆਂ, ਖੂਨ ਡੁੱਲਿਆ, ਦਬਦਬਾ ਥੋੜਾ ਬਹੁਤ ਬਣਿਆ। ਤੇ ਉੱਥੇ ਭਲਾ ਕੀ ਹਾਲਾਤ ਨੇ? ਜੀ, ਉੱਥੇ ਵੀ 1400 ਦੇ ਲਾਗੇ ਛਾਗੇ ਭਾਅ ਮਿਲ ਰਿਹਾ। ਜੀ, ਪੰਜਾਬ ਦੇ ਵਿੱਚ 1940 ਮਿਲਿਆ ਕਿਸਾਨਾਂ ਨੂੰ। ਕਿਸੇ ਨੂੰ ਕਾਟ ਲੱਗੀ ਹੋਵੇਗੀ, ਜ਼ਿਆਦਾ ਗਿੱਲਾ ਜਾਂ ਨੁਕਸਾਨਿਆ ਗਿਆ ਝੋਨਾ ਹੋਵੇ, ਕੁਝ ਵੀ ਹੋਵੇ, ਪਰ 1940 ਰੁਪਏ ਆਮ ਕਰਕੇ ਭਾਅ ਲੱਗਾ ਹੈ ਕਿਸਾਨ ਦਾ ਪੰਜਾਬ ਦੇ ਵਿੱਚ, ਹਰਿਆਣੇ ਵਿੱਚ ਵੀ। ਕੀ ਗੱਲ ਹੈ? ਉੱਥੇ ਦਬਾਇਆ ਗਿਆ ਕਿਸਾਨ ਨੂੰ ਇਸ ਤਰੀਕੇ ਨਾਲ। ਉਹਨਾਂ ਵਿੱਚੋਂ ਕਈ ਕਿਸਾਨਾਂ ਨਾਲ ਮੀਡੀਆ ਨੇ ਜਾ ਕੇ ਗੱਲ ਕੀਤੀ ਕਿ ਲਖੀਮਪੁਰ ਸਾਨੂੰ ਪਤਾ ਲੱਗਾ ਕਿ ਇੱਥੇ ਕੁਝ ਲੋਕਾਂ ਨੂੰ ਪਤਾ ਹੈ, ਬਹਿਰਾਈਚ ਦੇ ਲਾਗਿਓਂ ਉੱਠ ਕੇ ਕਿਸਾਨ ਮਹਿੰਗੇ ਭਾਅ ਦੀ ਟਰਾਂਸਪੋਰਟ ਕਰਕੇ ਲਖੀਮਪੁਰ ਆ ਕੇ ਆਪਣੀ ਜਿਹੜੀ ਹੈ ਉਹ ਫਸਲ ਵੇਚ ਰਹੇ ਨੇ, ਉਪਜ ਵੇਚ ਰਹੇ ਨੇ ਝੋਨੇ ਦੀ। ਜੀ, ਪੁਰਾਣੇ ਤੱਕੜਾਂ ਵਾਲੇ ਸਿਸਟਮ ਨਾਲ। ਕੰਡਾ ਵੀ ਜਿਹੜਾ ਹੈ, ਵੇਇੰਗ ਮਸ਼ੀਨ ਵੀ ਜਿਹੜੀ ਹੈ ਪੁਰਾਣੀ ਹੈ, ਜਿਸ ਦੇ ਵਿੱਚੋਂ ਕਿਸਾਨ ਨੂੰ ਫਿਰ ਚੂਨਾ ਲੱਗਦਾ ਹੈ, ਭਾਰ ਦੇ ਵਿੱਚੋਂ ਵੀ। ਮੁੱਲ ਪੂਰਾ ਨਹੀਂ ਮਿਲ ਰਿਹਾ, ਖੱਜਲ ਖੁਆਰੀ ਹੁੰਦੀ ਹੈ। ਉਹਨੇ ਪਤਾ ਨਹੀਂ ਜੇਬ ਵਿੱਚ ਕੀ ਪਾ ਕੇ ਲੈ ਕੇ ਜਾਣਾ, ਕਿੰਨੇ ਰਾਹ 'ਚ ਲੁੱਟ ਲੈਣਾ ਉਸਨੂੰ। ਉਸਦਾ ਨੁਕਸਾਨ ਦਾ ਕੋਈ ਅੰਦਾਜ਼ਾ ਨਹੀਂ। ਉਸ ਕਿਸਾਨ ਨੂੰ ਅਜੇ ਵੀ ਲੁੱਟਿਆ ਜਾ ਰਿਹਾ। ਪਹਿਲਾਂ ਵਾਂਗ ਥੋੜ੍ਹੀ ਜਿਹੀ ਜਾਗਰਤੀ ਆਈ ਹੈ। ਉਹਨਾਂ ਕਿਸਾਨਾਂ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਦਾ, ਉਹ ਕਹਿੰਦੇ ਕਿ ਚਲੋ ਸਾਨੂੰ ਮਿਲ ਤੇ ਗਏ ਨੇ ਇੰਨੇ ਨਗਦ, 1400 ਹੀ ਸਹੀ, 1200 ਹੀ ਸਹੀ, 1300 ਹੀ ਸਹੀ, ਵੀ ਕੁਝ ਤਾਂ ਹੱਥ 'ਚ ਆਇਆ। ਪਹਿਲਾਂ ਤਾਂ ਅਸੀਂ ਕਈ ਵਾਰੀ ਸਾਨੂੰ ਸੁੱਟਣਾ ਪੈਂਦੀ ਸੀ ਫਸਲ। ਜੀ, ਇਹ ਹਾਲਤ ਹੈ। ਔਰ ਜਿਹੜਾ ਕਦੀ ਸੇਬ ਉਤਪਾਦਕ, ਕਦੀ ਕੇਲਾ ਉਤਪਾਦਕ, ਕਦੀ ਪਿਆਜ਼ ਉਤਪਾਦਕ, ਜੀ, ਸਾਨੂੰ 1 ਸਾਲ ਇੱਥੇ ਦੇ ਕਿਸਾਨਾਂ ਨੂੰ ਸੜਕਾਂ ਤੇ ਫਸਲ ਸੁੱਟਣੀ ਪੈਂਦੀ ਹੈ, ਤੇ ਅਗਲੇ ਸਾਲ ਮਹਿੰਗੀ ਹੋ ਜਾਂਦੀ ਤੇ ਸਰਕਾਰ ਜਿਹੜੀ ਆ ਬਾਹਰੋਂ ਮੰਗਵਾਉਣੀ ਆ। ਬਿਲਕੁਲ, ਉਹ ਉਹਨਾਂ ਨੂੰ ਮੰਗਵਾ ਕੇ ਫਿਰ ਲੋਕਾਂ ਨੂੰ ਕਹਿੰਦੇ ਕਿ ਅਸੀਂ ਦੇਖੋ ਸਿਸਟਮ ਨਹੀਂ ਕਾਇਮ ਹੋ ਸਕਿਆ। ਜੀ, ਪੰਜਾਬ ਦੇ ਵਿੱਚ ਲੋਕਾਂ ਦੀ ਇਹ ਜਿਹੜੀ ਇੱਕ ਜਿਉਂਦੇ ਹੋਣ ਦਾ ਇੱਕ ਸਬੂਤ ਦਿੱਤਾ ਹੈ ਕਿਸਾਨਾਂ ਨੇ, ਖਾਸ ਤੌਰ ਤੇ। ਬਿਲਕੁਲ, ਇਸ ਨੇ ਇਹਨਾਂ ਨੂੰ ਅਜੇ ਤੱਕ ਬਚਾ ਕੇ ਰੱਖਿਆ। ਪਰ ਕਿਸਾਨਾਂ ਦੀ ਹਾਲਤ ਇੰਨੇ ਨਾਲ ਸੁਧਰਨ ਵਾਲੀ ਨਹੀਂ। ਇਹ ਯਥਾ ਸਥਿਤੀ ਜਿਹਨੂੰ ਕਹਿੰਦੇ ਨਾ, ਸਟੇਟਸ ਕੋ, ਜਿਹੜਾ ਉਹ ਹੀ ਬਹਾਲ ਹੋਣਾ ਹੈ। ਜੀ, ਕਿ ਜੋ ਪਹਿਲਾਂ ਸੀ ਉਹ ਤਾਂ ਚੱਲੇਗਾ ਘੱਟੋ ਘੱਟ। ਹੁਣ ਸਿੱਧਾ ਕਾਰਪੋਰੇਟ ਤਾਂ ਨਹੀਂ ਸਾਡੇ ਉੱਪਰ ਆ ਕੇ ਬੈਠ ਜਾਣਗੇ, ਪਰ ਅਜੇ ਵੀ MSP ਜਿਹੜੀ ਹੈ ਉਹ ਤੈਅ ਕਰਨ ਵੇਲੇ, MSP ਦਾ ਕਾਨੂੰਨ ਇੱਕ ਵੱਖਰੀ ਚੀਜ਼ ਹੈ, MSP ਤੈਅ ਕਰਨ ਵੇਲੇ ਕਿਸਾਨਾਂ ਨੂੰ ਵਿੱਚ ਬਿਠਾਇਆ ਜਾਵੇ। ਬਿਲਕੁਲ, ਮੋਦੀ ਸਰਕਾਰ ਨੇ ਨਾ ਕਾਨੂੰਨ ਲਿਆਉਣ ਵੇਲੇ ਕਿਸਾਨਾਂ ਨਾਲ ਸਲਾਹ ਕੀਤੀ ਤੇ ਨਾ ਰੱਦ ਕਰਨ ਵੇਲੇ ਕਿਸਾਨਾਂ ਨਾਲ ਸਲਾਹ ਕੀਤੀ ਹੈ। ਪਰ ਪੰਜਾਬ ਦੇ ਵਿੱਚ ਕਿਸਾਨਾਂ ਨੇ ਜੇ ਕੁਝ ਹਾਸਲ ਕੀਤਾ ਹੈ, ਮੈਨੂੰ ਲੱਗਦਾ ਹੈ ਕਿ ਜਿਹੜਾ ਮੈਂ ਪਹਿਲਾਂ ਨਹੀਂ 'ਚ ਜਵਾਬ ਦਿੱਤਾ ਸੀ, ਉਹਨੂੰ ਮੈਂ ਪੰਜਾਬ ਦੇ ਪੱਧਰ ਤੇ ਲੈ ਆਵਾਂ, ਤੇ ਮੈਨੂੰ ਲੱਗਦਾ ਕਿ ਸਾਨੂੰ ਕੁਝ ਨਾ ਕੁਝ ਹਾਸਲ ਹੋਇਆ। ਹਾਲਤ ਬਿਹਤਰ ਹੋਵੇਗੀ। ਕਿਉਂ? ਪੰਜਾਬ ਸਰਕਾਰ ਸਾਡੀ ਜੇਬ ਦੇ ਵਿੱਚ ਹੈ ਅੱਜ ਤੋਂ। ਜੇ ਸਾਡੀਆਂ ਅੱਗੇ ਜਥੇਬੰਦੀਆਂ ਤੋਂ ਸ਼ਿਕਾਇਤ ਸੀ ਕਿ ਇਕੱਠੇ ਨਹੀਂ ਹੋ ਸਕਦੇ, ਅਲੱਗ-ਅਲੱਗ ਰਾਗ ਅਲਾਪਦੇ ਫਿਰਦੇ ਨੇ, ਬਿਲਕੁਲ, ਅੱਜ ਸੰਯੁਕਤ ਕਿਸਾਨ ਮੋਰਚਾ SKM ਬਣ ਗਿਆ। ਜਿੱਦਣ ਮਰਜ਼ੀ ਪੰਜਾਬ ਦੇ ਚੀਫ ਮਿਨਿਸਟਰ ਨੂੰ, ਖੇਤੀਬਾੜੀ ਮੰਤਰੀ ਨੂੰ, ਹੋਰਨਾਂ ਮੰਤਰੀਆਂ ਨੂੰ ਜਦੋਂ ਮਰਜ਼ੀ ਅਸੀਂ ਘੇਰ ਕੇ ਆਪਣੀਆਂ ਮੰਗਾਂ ਦੱਸ ਸਕਦੇ ਹਾਂ, ਜੇ ਮਨਵਾ ਨਹੀਂ ਸਕਦੇ ਤਾਂ। ਜੇ ਉਹਨਾਂ ਨੂੰ ਜਾਇਜ਼ ਗੱਲ ਕੀਤੀ ਜਾਵੇਗੀ ਤੇ ਉਹ ਮੰਨਣਗੇ ਵੀ। ਕੋਈ ਫੈਸਲਾ ਲੈਣ ਤੋਂ ਪਹਿਲਾਂ ਸਾਨੂੰ ਪੁੱਛਿਆ ਜਾਵੇ, ਚਾਹੇ ਉਹ ਕਣਕ ਦਾ ਮਸਲਾ ਹੋਵੇ, ਝੋਨੇ ਦਾ ਹੋਵੇ, ਗੰਨੇ ਦਾ ਹੋਵੇ, ਦਰਖਤਾਂ ਦਾ ਹੋਵੇ, ਕੁਝ ਵੀ ਹੋਵੇ। ਇਹ ਸਾਰਾ ਕੁਝ ਜਿਹੜਾ ਹੈ ਇਹ ਕੁਛ ਕਿਸਾਨ ਦੇ ਪੱਲੇ ਜ਼ਰੂਰ ਪਿਆ, ਪਰ ਅਜੇ ਬਾਕੀ ਦੇਸ਼ ਦਾ ਕਿਸਾਨ ਅਜੇ ਵੀ ਸੁੱਤਾ ਪਿਆ। ਉਹਨਾਂ ਵਿਚਾਰਿਆਂ ਕੋਲ
ਇੰਨੀ ਨੌਲੇਜ ਨਹੀਂ ਹੈ। ਜਿਹੜੇ ਦੂਰ ਤੋਂ ਕਿਸਾਨ ਲਖੀਮਪੁਰ ਦੀ ਮੰਡੀ ਦੇ ਵਿੱਚ ਆ ਰਹੇ ਨੇ ਉਹਨਾਂ ਨਾਲ ਗੱਲ ਕਰੋ ਤੇ ਕਹਿੰਦੇ ਇੰਜ ਵੀ ਲੱਗਦਾ ਹੈ ਇੱਕ ਮੀਡੀਆ ਦੀ ਰਿਪੋਰਟ ਨਾਲ ਕਿ ਸਾਨੂੰ ਨਹੀਂ ਪਤਾ ਭਾਈ ਕਾਨੂੰਨਾਂ ਦੇ ਬਾਰੇ, ਵੀ ਕਾਨੂੰਨ ਕੋਈ ਬਣੇ ਵੀ ਸੀ ਨਵੇਂ ਜਾਂ ਕੋਈ ਵਾਪਸ ਵੀ ਹੋ ਗਏ ਨੇ, ਸਾਨੂੰ ਨਹੀਂ ਪਤਾ, ਕੋਈ ਅੰਦੋਲਨ ਵੀ ਚੱਲ ਰਿਹਾ ਜੀ। ਹਾਲਾਤ ਇਹ ਹਨ, ਬਹੁਤ ਮਾੜੇ ਹਾਲ ਨੇ ਮਹਾਰਾਸ਼ਟਰ ਦੇ ਵਿੱਚ ਕਿਸਾਨਾਂ ਦੇ, ਅੱਜ ਵੀ ਉਹਨਾਂ ਨੂੰ ਉਜਾੜਿਆ ਜਾ ਰਿਹਾ। ਪੰਜਾਬ ਦੇ ਵਿੱਚ ਜੇ ਨਵੇਂ ਹਾਈਵੇਜ਼ ਨਿਕਲ ਰਹੇ ਨੇ ਤੇ ਕਿਸਾਨਾਂ ਨੂੰ ਜਿਹੜਾ ਹੈ ਉਸ ਦਾ ਸਹੀ ਮੁੱਲ ਮਿਲੇ, ਜਿੰਨੀ ਜ਼ਮੀਨ ਉਹਨਾਂ ਦੀ ਐਕਵਾਇਰ ਹੋਣੀ ਹੈ ਤੇ ਫਸਲਾਂ ਦਾ ਮੁੱਲ ਮਿਲੇ, ਕਿਸਾਨ ਦੀ ਹਾਲਤ ਫੇਰ ਸੁਧਰੇਗੀ। ਪੰਜਾਬ ਵਾਂਗ ਉੱਠਣਾ ਪਏਗਾ ਸਾਰੇ ਦੇਸ਼ ਦੇ ਕਿਸਾਨਾਂ ਨੂੰ। ਤੇ ਅੰਨਾ ਹਜ਼ਾਰੇ ਵੀ ਹੁਣ ਬੋਲੇ ਨੇ ਕਿੰਨੇ ਸਾਲਾਂ ਬਾਅਦ, ਮੈਨੂੰ ਤਾਂ ਪਤਾ ਨਹੀਂ, ਵਾਹਵਾ ਦੇਰ ਦੀ ਚੁੱਪ ਤੋਂ ਬਾਅਦ ਕਹਿੰਦੇ ਨੇ ਕਿ ਚੰਗਾ ਹੋਇਆ ਖੇਤੀ ਕਾਨੂੰਨ ਵਾਪਸ ਹੋ ਗਏ ਨੇ। ਖੈਰ ਹੋਰ ਵੀ ਬੋਲ ਰਹੇ ਨੇ ਲੋਕ, ਪਰ ਓਵਰਆਲ ਮੈਂ ਸਮਝਦਾ ਕਿ ਕਿਸਾਨ ਦੀ ਹਾਲਤ ਸੁਧਰਨ ਲਈ ਅਜੇ ਸਮਾਂ ਲੰਬਾ ਚਾਹੀਦਾ, ਸਾਨੂੰ ਜਾਗਰਤੀ ਦੀ ਲੋੜ ਹੈ। ਜੀ ਕੁਲਦੀਪ ਜੀ, ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਪਣੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਕੁਲਦੀਪ ਜੀ, ਜੇ ਅਸੀਂ ਹੁਣ ਗੱਲ ਕਰ ਲਈਏ ਕਿ ਬੇਸ਼ੱਕ ਇੱਕ ਵਧੀਆ ਫੈਸਲਾ ਲੈ ਲਿਆ ਗਿਆ ਹੈ, ਭਾਵੇਂ ਉਹ ਇਕੱਲੇ ਹੀ ਰਾਤੋਂ ਰਾਤ ਹੀ ਪ੍ਰਧਾਨ ਮੰਤਰੀ ਵੱਲੋਂ ਲੈ ਲਿਆ ਗਿਆ ਹੈ ਕਿ ਜਿਹੜੇ ਖੇਤੀ ਕਾਨੂੰਨ ਹੈ ਉਹ ਵਾਪਸ ਲਏ ਜਾਣਗੇ, ਪਰ ਕਿਧਰੇ ਨਾ ਕਿਧਰੇ ਜਾ ਕੇ ਜਿਹੜੇ ਭਾਜਪਾ ਦੇ ਨੇਤਾ ਨੇ, ਮੰਤਰੀ ਨੇ, ਉਹ ਖੁਸ਼ ਨਜ਼ਰ ਨਹੀਂ ਆ ਰਹੇ, ਕਿਉਂਕਿ ਇੱਕ ਦਿਨ ਕਿਸੇ ਇੱਕ ਦਾ ਬਿਆਨ ਸਾਹਮਣੇ ਆ ਜਾਂਦਾ ਹੈ ਤੇ ਦੂਜੇ ਦਿਨ ਕਿਸੇ ਦੂਸਰੇ ਮੰਤਰੀ ਦਾ ਬਿਆਨ ਸਾਹਮਣੇ ਆ ਜਾਂਦਾ ਹੈ, ਤੇ ਬਿਆਨ ਵੀ ਇਹੋ ਜਿਹੇ ਜਿਹੜੇ ਦਿਲ ਨੂੰ ਅਸੀਂ ਕਹੀਏ ਕਿ ਇੰਨੇ ਜ਼ਿਆਦਾ ਚੁੱਭਦੇ ਨੇ ਕਿ ਉਹ ਸਿੱਧੀ ਤਰ੍ਹਾਂ ਇੱਕ ਹਮਲਾ ਕੀਤਾ ਜਾਂਦਾ ਹੈ ਕਿ ਇਹ ਕਿਉਂ ਕੀਤੇ ਗਏ ਨੇ। ਕੀ ਕਹਿਣਾ ਚਾਹੋਗੇ? ਰਾਜਸਥਾਨ ਦੇ ਗਵਰਨਰ ਕਲਰਾਜ ਮਿਸ਼ਰਾ ਨੇ ਇਹ ਗੱਲ ਆਖੀ ਸੀ ਜੀ ਕਿ ਖੇਤੀ ਕਾਨੂੰਨ ਜੇ ਲੋੜ ਪਈ ਤਾਂ ਦੁਬਾਰਾ ਵਾਪਸ ਵੀ ਲੈਂਦੇ ਜਾ ਸਕਦੇ ਨੇ। ਬਿਲਕੁਲ ਲੈ ਆਓ, ਕਾਨੂੰਨ ਸਰਕਾਰ ਲਿਆ ਸਕਦੀ ਹੈ, ਸੰਵਿਧਾਨਿਕ ਤੌਰ ਤੇ ਚੁਣੀ ਗਈ ਸਰਕਾਰ ਸੰਵਿਧਾਨ ਦੇ ਨਿਯਮਾਂ ਦੇ ਅਧੀਨ ਕੋਈ ਕਾਨੂੰਨ ਪਾਸ ਕਰ ਸਕਦੀ ਹੈ ਜੀ। ਪਰ ਪਹਿਲਾਂ ਇਹ ਤਾਂ ਦੱਸੋ ਕਿ ਇਹਨਾਂ ਕਾਨੂੰਨਾਂ ਬਾਰੇ ਕਿਸ ਨੇ, ਜਿਨ੍ਹਾਂ ਲੋਕਾਂ ਨੇ ਚੰਗੀ ਤਰ੍ਹਾਂ ਇਸ ਦੀ ਜਾਂਚ ਪੜਤਾਲ ਕੀਤੀ, ਘੋਖਿਆ, ਉਹ ਕੀ ਕਹਿੰਦੇ ਸੀ? ਹੁਣ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਸੀ ਜੀ, ਉਹਨੇ ਰਿਪੋਰਟ ਦਾਖਲ ਕੀਤੀ ਕਿ ਇਸ ਵਿੱਚ ਬਹੁਤ ਖਾਮੀਆਂ ਨੇ। ਇਹ ਤੇ ਕਿਸਾਨਾਂ ਦੀ ਵੀ ਕਮੇਟੀ ਹੋਵੇ, ਇਹਦੇ ਵੀ ਹੋਵੇ, ਉਹ ਸਾਰੇ ਲੋਕ ਬੈਠਣ ਤੇ ਫਿਰ ਸਲਾਹ ਹੋਵੇ ਤੇ ਫਿਰ ਪਤਾ ਲੱਗੇਗਾ ਕਿ ਇਸ ਵਿੱਚ ਕੀ ਹੈ। ਤੇ ਦੁਬਾਰਾ ਕਿਸਾਨਾਂ ਦੀ ਸਲਾਹ ਨਾ ਬਣੇ। ਸੁਪਰੀਮ ਕੋਰਟ ਨੇ ਕਿਸਾਨਾਂ ਦਾ ਹੀ ਪੱਖ ਪੂਰਿਆ ਸੀ ਇੱਕ ਤਰ੍ਹਾਂ ਨਾਲ, ਲੀਗਲ ਤਰੀਕੇ ਨਾਲ। ਜੀ। ਸਰਕਾਰ ਨੇ ਭਾਵਾਂ ਰੱਦ ਕੀਤੇ ਨੇ, ਪਰ ਸੁਪਰੀਮ ਕੋਰਟ ਤੇ ਪਹਿਲਾਂ ਇਹਨਾਂ ਨੂੰ ਹੋਲਡ ਤੇ ਪਾ ਚੁੱਕੀ ਹੈ ਕਾਨੂੰਨਾਂ ਨੂੰ। ਬਿਲਕੁਲ। ਸੋ ਇਹ ਰੱਦ ਨੇ। ਹੁਣ ਕਲਰਾਜ ਮਿਸ਼ਰਾ ਨੇ ਕਿਹਾ ਤੇ ਸਾਕਸ਼ੀ ਮਹਾਰਾਜ ਜਿਹੜੇ ਉਨਾਓ ਤੋਂ ਜਿਹੜੇ ਨੇ MP ਨੇ, ਮੇਰੇ ਖਿਆਲ 5 ਵਾਰੀ ਸ਼ਾਇਦ ਉਹ MP ਚੁਣੇ ਗਏ ਨੇ। ਵਿਵਾਦਾਂ ਨਾਲ ਉਹਨਾਂ ਦਾ ਪੁਰਾਣਾ ਰਿਸ਼ਤਾ ਹੈ, ਗੂੜਾ ਰਿਸ਼ਤਾ ਹੈ। ਬਿਲਕੁਲ। ਕਦੇ ਉਹ ਕਹਿੰਦੇ ਨੇ ਕਿ ਹਿੰਦੂ ਔਰਤਾਂ ਨੂੰ 4 ਜਾਂ 5 ਬੱਚੇ ਪੈਦਾ ਕਰਨੇ ਚਾਹੀਦੇ ਨੇ, ਕਦੇ ਉਹ ਕਹਿੰਦੇ ਨੇ ਕਿ ਪੈਗੰਬਰ ਮੁਹੰਮਦ ਕੋਈ ਪੈਗੰਬਰ ਨਹੀਂ ਸੀ, ਉਹ ਤੇ ਇੱਕ ਜੋਗੀ ਸੀ, ਕਦੇ ਉਹ ਕਹਿੰਦੇ ਨੇ ਕਿ ਮਮਤਾ ਬੈਨਰਜੀ ਇੱਕ ਫਲਾਣੇ ਰਾਖਸ਼ਸ ਦੇ ਫੈਮਿਲੀ ਦੇ ਵਿੱਚੋਂ ਹੈ, ਕਦੇ ਕੁਝ ਕਦੇ ਕੁਝ ਕਦੇ ਕੁਝ। ਖੈਰ ਉਹਨਾਂ ਤੇ ਕਈ ਕੇਸ ਵੀ ਦਰਜ ਨੇ। ਜਿਹੜੇ ਬਾਬਰੀ ਮਸਜਿਦ ਢਾਉਣ ਲਈ ਜਿਨ੍ਹਾਂ ਦੇ ਮੁੱਖ ਦੋਸ਼ੀਆਂ ਦੇ ਵਿੱਚ ਜਿਨ੍ਹਾਂ ਵਿਅਕਤੀਆਂ ਦਾ ਨਾਮ ਦਰਜ ਹੈ ਤੇ ਅੱਜ ਵੀ ਅੰਡਰ ਟਰਾਇਲ ਨੇ, ਉਹਨਾਂ ਵਿੱਚ ਸਾਕਸ਼ੀ ਮਹਾਰਾਜ ਦਾ ਨਾਮ ਹੈ। ਬਿਲਕੁਲ। ਉਹ ਜਿਸ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਨੇ, ਜਿਹੜੀ ਰਾਜਨੀਤੀ ਕਰਦੇ ਨੇ ਤੇ ਜਿਸ ਭਾਈਚਾਰੇ ਲਈ ਕਰਦੇ ਨੇ ਤੇ ਜਿਸ ਦੇ ਖਿਲਾਫ ਕਰਦੇ ਨੇ, ਅਸੀਂ ਵੀ ਨਾਮ ਨਹੀਂ ਲਵਾਂਗੇ ਉਹਨਾਂ ਦੇ, ਸਾਰਿਆਂ ਨੂੰ ਪਤਾ ਹੈ। ਬਿਲਕੁਲ। ਸੋ ਉਹਨਾਂ ਨੇ ਬਿਆਨ ਦਾਗ ਦਿੱਤਾ ਹੈ ਕਿ ਖੇਤੀ ਕਾਨੂੰਨਾਂ ਦੀ ਕਿਹੜੀ ਗੱਲ ਰੱਦ ਹੋ ਸਕਦੇ ਨੇ, ਦੁਬਾਰਾ ਆ ਸਕਦੇ ਨੇ। ਹੋਰ ਵੀ ਕਈਆਂ ਨੇ ਆਖਿਆ ਤੇ ਅਨਿਲ ਵਿਜ ਕਹਿੰਦੇ ਸੀ ਰੱਦ ਹੋ ਗਿਆ, ਹੁਣ ਸਮਾਨ ਚੁੱਕੋ ਤੇ ਜਾਓ ਘਰਾਂ ਨੂੰ। ਬਿਲਕੁਲ। ਤੁਸੀਂ ਦੇਖੋ ਇੰਨੀ ਜਿਹੜੀ ਭੜਕਾਊ ਬਿਆਨਬਾਜ਼ੀ, ਜਿਵੇਂ ਤੁਸੀਂ ਕਿਹਾ ਕਿ ਦਿਲ ਨੂੰ ਚੁੱਭਦੇ ਨੇ, ਇਹ ਵਾਕਿਆ ਹੀ ਗੱਲ ਸਹੀ ਹੈ, ਪਰ ਮੈਂ ਸਮਝਦਾ ਕਿ ਇਹਨਾਂ ਨੂੰ ਇਗਨੋਰ ਕਰ ਦੇਣਾ ਚਾਹੀਦਾ ਜੀ। ਕਾਰਨ ਫਿਰ ਉਹੀ ਜੋ ਪਹਿਲੇ ਹਿੱਸੇ ਵਿੱਚ ਮੈਂ ਦੱਸਿਆ ਸੀ ਕਿ ਜਦੋਂ ਬਿਆਨਬਾਜ਼ੀ ਕੋਈ ਹੋਣੀ ਹੈ, ਜਿਹੜੇ ਲੋਕ ਡਟ ਕੇ ਕਿਸਾਨ ਜਿਹੜੇ ਖੇਤੀ ਕਾਨੂੰਨਾਂ ਦੀ ਵਕਾਲਤ ਕਰਦੇ ਸਨ, ਚਾਹ ਮਗਰੋਂ ਪੀਂਦੇ ਸੀ ਸਵੇਰ ਨੂੰ, ਪਹਿਲਾਂ ਪਾਣੀ ਪੀ ਕੇ ਉਹਨਾਂ ਦੀ ਵਕਾਲਤ ਕਰਕੇ ਜਿਹੜੀ ਸੀ ਉਹ ਬਿਆਨ ਦੇ ਕੇ ਫਿਰ ਰੋਟੀ ਪਾਣੀ ਛਕਦੇ ਸੀ ਤੇ ਸ਼ਾਮ ਨੂੰ ਫਿਰ ਕਿਤੇ ਜਾ ਕੇ ਫੰਕਸ਼ਨ ਵਿੱਚ ਬੋਲਦੇ ਸੀ ਜੀ। ਉਹ ਜਿਹੜੇ ਕਿਸਾਨਾਂ ਨੂੰ ਅੱਤਵਾਦੀ ਦੱਸਦੇ ਸੀ, ਸਭ ਕੁਝ ਦੱਸਦੇ ਸੀ, ਜਾਂ ਉਹਨਾਂ ਨੂੰ ਕਿਸੇ ਨੂੰ ਨਕਸਲੀ, ਕੁਝ ਮਾਓਵਾਦੀ, ਕੋਈ ਰਾਸ਼ਟਰ ਵਿਰੋਧੀ, ਕੁਝ ਵੀ ਸੀ। ਬਿਲਕੁਲ। ਸਾਰੇ ਨਾਮ ਖਿਤਾਬ ਜਿਹੜੇ ਦਿੰਦੇ ਸੀ, ਜਿਨ੍ਹਾਂ ਲੋਕਾਂ ਨੇ ਦਿੱਤੇ ਹੋਏ ਸੀ। ਕੀ ਨਰਿੰਦਰ ਮੋਦੀ ਨੇ ਜਦੋਂ ਕਾਨੂੰਨ ਵਾਪਸ ਲਏ ਨੇ, ਉਹਨਾਂ ਚੋਂ ਕਿਸੇ ਨੂੰ ਕੌਨਫੀਡੈਂਸ ਵਿੱਚ ਲਿਆ? ਬਿਲਕੁਲ।
ਕਿਸੇ ਨੂੰ ਵੀ ਨਹੀਂ ਪੁੱਛਿਆ, ਇਸ ਕਰਕੇ ਸ਼ਾਇਦ ਮੈਨੂੰ ਲੱਗਦਾ ਉਹਨਾਂ ਦਾ ਜਿਹੜਾ ਗੁੱਸਾ, ਉਹਨਾਂ ਦਾ ਗਿਲਾ ਜਿਹੜਾ ਉਹ ਬਾਹਰ ਆ ਰਿਹਾ ਕਿਸੇ ਨਾ ਕਿਸੇ ਤਰੀਕੇ। ਅੱਜ ਵੀ ਇਹੋ ਗੱਲ ਉਵੇਂ ਹੀ ਟੁੱਕਦੀ ਹੈ। ਬਿਲਕੁਲ। ਸੋ ਇਹਨਾਂ ਲੋਕਾਂ ਦੇ ਕਹਿਣ ਨਾਲ ਕਿਸੇ ਦੇ ਵੀ ਕਾਨੂੰਨ ਵਾਪਸ ਆਉਣ ਵਾਲੇ ਨਹੀਂ ਜੀ। ਪਰ ਜੋ ਕੇਂਦਰੀ ਪੱਧਰ ਤੇ ਗੱਲ ਹੈ, ਜਿਸ ਤਰੀਕੇ ਨਾਲ ਸੰਯੁਕਤ ਕਿਸਾਨ ਮੋਰਚੇ ਨੇ ਉੱਪਰੋਂ ਥਲੀ ਮੀਟਿੰਗਾਂ ਕਰਕੇ ਜਿਹੜੇ ਫੈਸਲੇ ਲਏ ਨੇ, ਉਹ ਮੈਨੂੰ ਲੱਗਦਾ ਕਿ ਜ਼ਿਆਦਾ ਰੈਲੇਵੈਂਟ ਹੈ। ਸਾਨੂੰ ਉਹਨਾਂ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ। ਜੀ। ਰਕੇਸ਼ ਟਕੈਤ ਨੇ ਵੀ ਕਿਹਾ ਕਿ ਸਾਨੂੰ ਹੁਣ ਸਰਕਾਰ ਨਾਲ ਸਾਡੀ ਗੱਲ ਖੁੱਲੀ ਹੈ ਤੇ ਸਰਕਾਰ ਵੀ ਥੋੜ੍ਹਾ ਜਿਹਾ ਢਿੱਲੀ ਪਈ ਤੇ ਕੁਛ ਨਾ ਕੁਛ ਲੈ ਕੇ ਉੱਠਾਂਗੇ। ਬਿਲਕੁਲ। ਖੇਤੀ ਕਾਨੂੰਨ ਤੇ ਇਹ ਸਿਰਫ ਉਹ ਰੱਦ ਹੋਏ ਨੇ, ਕਿਸਾਨਾਂ ਲਈ ਕੁਝ ਹੋਰ ਕਰਦੇ ਹੋ ਤੁਸੀਂ, ਕਰੋ, ਲੈਣਾ ਚਾਹੀਦਾ। MSP ਦਾ ਕਾਨੂੰਨ ਲਿਆਓ। ਉਹਨਾਂ ਨੇ ਹਲੇ ਤੱਕ ਤਾਂ ਕਿਹਾ ਕਿ ਅਸੀਂ ਉੱਥੇ ਉਵੇਂ ਬੈਠਾਂਗੇ ਤੇ ਜਿੰਨੀ ਦੇਰ ਤੱਕ ਇਸ ਨੂੰ ਕੋਈ ਵਿਸ਼ੇਸ਼ ਇਜਲਾਸ ਬੁਲਾ ਕੇ ਰੱਦ ਨਹੀਂ ਕਰ ਦਿੱਤਾ ਜਾਂਦਾ, ਨੋਟੀਫਿਕੇਸ਼ਨ ਆ ਨਹੀਂ ਜਾਂਦਾ, ਅਸੀਂ ਘਰਾਂ ਨੂੰ ਜਾਣ ਵਾਲੇ ਨਹੀਂ। ਬਿਲਕੁਲ। ਪਰ ਇਹ ਮੈਂ ਸਮਝਦਾ ਕਿ ਜਿਹੜੀ ਹੇਠਲੇ ਪੱਧਰ ਦੀ ਬਿਆਨਬਾਜ਼ੀ ਹੋ ਰਹੀ ਹੈ, ਇਸ ਨੂੰ ਇਗਨੋਰ ਹੀ ਕਰ ਦਿੱਤਾ ਜਾਵੇ, ਖਾਸ ਤੌਰ ਤੇ ਸਾਡੇ ਵੱਲੋਂ। ਬਿਲਕੁਲ। ਤੇ ਜ਼ਿਆਦਾ ਬਿਹਤਰ ਹੋਵੇਗਾ। ਕਿਸਾਨ ਆਪਣੀ ਚਾਲ 'ਚ ਲੱਗੇ ਹੋਏ ਨੇ, ਆਪਣੀ ਸਿਆਣਪ ਨਾਲ, ਸੂਝ-ਬੂਝ ਨਾਲ, ਠਰਮੇ ਨਾਲ ਤੇ ਆਪਣੀ ਅਕਲ ਦੇ ਨਾਲ ਜਿਸ ਤਰ੍ਹਾਂ ਨਜਿੱਠਿਆ ਉਹਨਾਂ ਨੇ ਇਸ ਅੰਦੋਲਨ ਨੂੰ, ਤੇ ਜਿਸ ਤਰ੍ਹਾਂ ਕੇਂਦਰ ਸਰਕਾਰ ਤੋਂ ਕਾਨੂੰਨ ਵਾਪਸ ਕਰਵਾਏ ਨੇ ਜਾਂ ਉਹਨਾਂ ਦੀ ਸਮਝ ਵਿੱਚ ਪਾਈ ਹੈ ਜਾਂ ਗੱਲ, ਇਸ ਹੱਦ ਤੱਕ ਉਹਨੂੰ ਲੰਬਾ ਲੈ ਗਏ ਨੇ। ਸ਼ਾਬਾਸ਼ ਹੈ ਸਾਰਿਆਂ ਦੇ, ਇਹ ਜਿੱਤ ਹੈ। ਪਰ ਮੈਂ ਸਮਝਦਾ ਕਿ ਜਿੱਦਾਂ ਤੁਹਾਨੂੰ ਲੱਗਦਾ ਨਾ ਕਿ ਇਹ ਬਿਆਨਬਾਜ਼ੀ ਚੁੱਭਵੀਂ ਹੋ ਰਹੀ ਹੈ, ਹੁਣ ਉਹ ਵੀ ਖਿਜੇ ਬੈਠੇ ਨੇ ਕਿ ਸਾਡੀ ਗੱਲ ਪੁੱਛੀ ਨਹੀਂ, ਸਾਨੂੰ ਪੁੱਛਿਆ ਨਹੀਂ ਗਿਆ, ਅਸੀਂ ਕਿਸੇ ਪਾਸੇ ਜੋਗੇ ਨਹੀਂ ਰਹੇ ਕਿ ਅਸੀਂ ਹੱਕ ਵਿੱਚ ਬਿਆਨਬਾਜ਼ੀ ਕਰਦੇ ਰਹੇ ਹਾਂ ਤੇ ਹੁਣ ਵਾਪਸ ਹੋ ਗਏ ਨੇ। ਜੀ। ਮੈਨੂੰ ਲੱਗਦਾ ਤੇ ਇਸੇ ਤਰ੍ਹਾਂ ਜਿਹੜੀ ਸਾਡੀ ਅਦਾਕਾਰਾ ਪਦਮ ਸ਼੍ਰੀ ਕੰਗਣਾ ਰਣੌਤ ਹੈ, ਉਹਨਾਂ ਨੂੰ ਵੀ ਕੁਝ ਨਾ ਕੁਝ ਚੁੱਭਿਆ ਜ਼ਰੂਰ ਹੈ, ਕਿਉਂਕਿ ਉਹਨਾਂ ਨੂੰ ਵੀ ਲੱਗਿਆ ਕਿ ਜਦੋਂ ਤੋਂ ਖੇਤੀ ਕਾਨੂੰਨ ਵਾਪਸ ਹੋਏ, ਉਹਨਾਂ ਨੇ ਪ੍ਰਧਾਨ ਮੰਤਰੀ ਤੇ ਵੀ ਇੱਕ ਤਰ੍ਹਾਂ ਨਾਲ ਉਹਨਾਂ ਨੇ ਅਟੈਕ ਕੀਤਾ ਕਿ ਵੀ ਇਹ ਕਿਉਂ ਕੀਤਾ, ਤੇ ਉਸ ਤੋਂ ਬਾਅਦ ਉਹ ਕਿਸੇ ਨਾ ਕਿਸੇ ਨੂੰ ਲੈ ਕੇ ਹਮੇਸ਼ਾ ਬਿਆਨਬਾਜ਼ੀ ਕਰਦੇ ਰਹਿੰਦੇ ਨੇ। ਹੁਣ ਉਹਨਾਂ ਨੇ ਸਿੱਖਾਂ ਨੂੰ ਲੈ ਕੇ ਵੀ, ਇੰਦਰਾ ਗਾਂਧੀ ਨੂੰ ਲੈ ਕੇ ਵੀ ਇੱਕ ਬਿਆਨਬਾਜ਼ੀ ਕੀਤੀ ਹੈ, ਉਹਨਾਂ ਤੇ FIR ਵੀ ਦਰਜ ਹੋਈ ਹੈ। ਕੀ ਕਹਿਣਾ ਚਾਹੋਗੇ? ਮੇਰਾ ਖਿਆਲ, ਜੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂ, ਮੈਂ ਆਪਣੇ ਤੌਰ ਤੇ ਬਹੁਤੀਆਂ ਫਿਲਮਾਂ ਵਗੈਰਾ ਨਹੀਂ ਦੇਖਦਾ, ਬਹੁਤ ਘੱਟ। ਜੀ। ਮੇਰੇ ਖਿਆਲ 'ਚ ਕਿਸੇ ਇੱਕ ਫਿਲਮ 'ਚ ਨਹੀਂ ਰਾਣੀ ਝਾਂਸੀ ਦਾ ਵੀ ਰੋਲ ਕੀਤਾ ਸੀ। ਜੀ। ਮੇਰਾ ਖਿਆਲ ਹੈ ਕਿ ਉਹ ਇਸ ਤੋਂ ਬਾਅਦ ਇੱਕ ਇਹਨਾਂ ਦੀ ਫੋਟੋ ਵੀ ਆਈ ਸੀ ਜਿਸ ਵਿੱਚ ਉਹ ਲੱਕੜ ਦੇ ਘੋੜੇ ਤੇ ਸਵਾਰ ਹੋ ਕੇ ਸ਼ੂਟਿੰਗ ਦੇ ਵਿੱਚ ਹਿੱਸਾ ਲੈ ਰਹੇ ਸੀ। ਟਰੋਲ ਵੀ ਕਾਫੀ ਹੋਏ ਸੀ। ਜੀ। ਸੋ ਇੱਥੋਂ ਸਾਨੂੰ ਅੰਦਾਜ਼ਾ ਲੱਗਣਾ ਚਾਹੀਦਾ, ਜਿਹੜੀ ਬੀਬੀ ਇਹ ਕਹਿੰਦੀ ਹੈ ਕਿ ਸਾਨੂੰ 47 'ਚ ਆਜ਼ਾਦੀ ਨਹੀਂ ਸੀ ਮਿਲੀ, ਉਹ ਭੀਖ ਮੰਗ ਕੇ ਮਿਲੀ ਸੀ, ਗਾਂਧੀ ਵਾਲੇ ਕਟੋਰੇ ਸੀ, ਗਾਂਧੀ ਜੀ ਬਾਰੇ ਬਹੁਤ ਕੁਝ ਕਹਿ ਦਿੱਤਾ ਜੀ, ਤੇ ਲੋਕ ਜਿਹੜੇ ਨੇ ਉਹ ਚੁੱਪ ਨੇ। ਜਿਹੜੇ ਰਾਸ਼ਟਰਵਾਦੀ ਦਾ ਖਿਤਾਬ ਦੇ ਰਹੇ ਨੇ ਤੇ ਉਹ ਰਾਸ਼ਟਰਪਿਤਾ ਦੇ ਬਾਰੇ ਬੋਲੇ ਜਾਂਦੇ ਅਪਮਾਨਜਨਕ ਲਫ਼ਜ਼ਾਂ ਬਾਰੇ ਚੁੱਪ ਨੇ। ਜੀ। ਮੇਰਾ ਖਿਆਲ ਹੈ ਕਿ ਬੀਬੀ ਕੰਗਨਾ ਰਣੌਤ ਨੂੰ ਥੋੜ੍ਹਾ ਜਿਹਾ ਕੋਈ ਟ੍ਰੀਟਮੈਂਟ ਲੈਣ ਦੀ ਲੋੜ ਹੈ। ਜੀ। ਜੇ ਉਹ ਲੈਣਗੇ ਤੇ ਜ਼ਿਆਦਾ ਬਿਹਤਰ ਹੋਵੇਗਾ ਉਹਨਾਂ ਲਈ ਵੀ, ਤੇ ਜਿਹੜੀ ਰਫ਼ਤਾਰ ਉਹਨਾਂ ਨੇ ਫੜੀ ਹੋਈ ਹੈ ਉਹ ਆਪਣਾ ਨੁਕਸਾਨ ਹੀ ਕਰਾਉਣਗੇ, ਕਿਸੇ ਦਾ ਇਸ ਵਿੱਚ ਕੁਝ ਨਹੀਂ ਜਾਣਾ। ਜੀ। ਜਿਸ ਤਰ੍ਹਾਂ ਬਿਆਨਬਾਜ਼ੀ ਉਹ ਕਰ ਰਹੇ ਨੇ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਉਹ ਫਿਲਮ ਨਗਰੀ ਦੇ ਹੀ ਇੱਕ ਅਦਾਕਾਰਾ ਹੈ, ਇਸ ਤੋਂ ਵੱਧ ਕੁਝ ਨਹੀਂ ਹੈ। ਉਹਨਾਂ ਦਾ ਅਸਲੀਅਤ ਨਾਲ ਕੋਈ ਵਾਸਤਾ ਨਹੀਂ ਹੈ। ਜੀ। ਸਰਕਾਰ ਵੀ ਹੱਦ ਕਰਦੀ ਹੈ। ਅੱਜ ਉਹਨਾਂ ਨੂੰ ਪਦਮ ਸ਼੍ਰੀ ਦਿੰਦੀ ਹੈ ਤੇ 2-3 ਦਿਨਾਂ ਬਾਅਦ ਕਾਨੂੰਨ ਵਾਪਸ ਹੋ ਜਾਂਦੇ ਨੇ। ਜੀ। ਬੀਬੀ ਲਈ ਤੇ ਕੱਖੋਂ ਹੌਲੇ ਹੋਣ ਵਾਲੀ ਗੱਲ ਹੋ ਗਈ। ਬਿਲਕੁਲ। ਸੋ ਉਹ ਉਹਨਾਂ ਨੂੰ ਇਹ ਹਜਮ ਨਹੀਂ ਹੋ ਰਹੀ। ਉਹ ਕਦੇ ਉਸਨੂੰ ਸ਼ੇਮਫੁਲ ਦੱਸਦੇ ਨੇ, ਕਦੇ ਡਿਜ਼ਾਸਟਰਸ, ਕਦੇ ਕੁਛ। ਜਿੰਨੀ ਕੁ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਹੈ ਇਕੱਠੀ ਕੁੱਠੀ ਕਰਕੇ ਛੱਡ ਦਿੰਦੇ ਨੇ। ਜਦੋਂ ਕੋਈ ਉਹਨਾਂ ਨੂੰ ਉਹੋ ਜਿਹੇ ਪੱਧਰ ਦਾ ਕੋਈ ਜਵਾਬ ਦਿੰਦਾ ਹੈ, ਫਿਰ ਉੱਧਰੋਂ ਚੁੱਪ ਕਰ ਜਾਂਦੇ ਨੇ। ਕੋਈ ਸਮੇਂ ਬਾਅਦ ਉਹਨਾਂ ਦੇ ਖਿਆਲਾਤ ਫਿਰ ਜਾਗ ਪੈਂਦੇ ਨੇ। ਜੀ। ਸੋ ਇਸ ਪੱਧਰ ਦਾ ਉਹਨਾਂ ਦਾ ਲਿਹਾਜ਼ ਹੈ। ਜਿਸ ਤਰ੍ਹਾਂ ਦਾ ਮੈਂ ਸਮਝਦਾ ਕਿ ਜਿਸ ਤਰ੍ਹਾਂ ਦੇ ਉਹਨਾਂ ਨੂੰ ਠੀਕ ਠਾਕ ਨੈਣ ਨਕਸ਼ ਰੱਬ ਨੇ ਦਿੱਤੇ ਨੇ, ਜਿਸ ਤਰ੍ਹਾਂ ਦਾ ਕੋਈ ਹੋਰ ਵੀ ਕਿਸੇ ਪਾਸੇ ਉਹਨਾਂ ਨੂੰ ਕੋਈ ਸੂਝ-ਬੂਝ ਵੀ ਮਿਲੀ ਹੁੰਦੀ ਤੇ ਜ਼ਿਆਦਾ ਬਿਹਤਰ ਹੋਣਾ ਸੀ। ਫਿਲਮ ਨਗਰੀ ਦੇ ਵਿੱਚੋਂ ਚੋਣਵੇਂ ਲੋਕ ਨੇ ਜਿਨ੍ਹਾਂ ਨੇ ਅੱਜ ਤੱਕ ਇਨਸਾਨੀਅਤ ਦੇ ਪੱਧਰ ਤੇ ਗੱਲ ਕੀਤੀ ਹੈ। ਜੀ। ਮੈਨੂੰ ਬਹੁਤਿਆਂ ਦਾ ਪਤਾ ਨਹੀਂ, ਸੁਨੀਲ ਦੱਤ ਦਾ ਨਾਮ ਜ਼ੁਬਾਨ ਤੇ ਆਉਂਦਾ ਹੈ। ਜੀ, ਬਿਲਕੁਲ। ਜਿਨ੍ਹਾਂ ਨੇ ਹਮੇਸ਼ਾ ਜਿਹੜਾ ਸੀ ਇਨਸਾਨੀਅਤ ਦੇ ਪੱਧਰ ਤੇ ਕੰਮ ਕੀਤਾ ਔਰ ਉਹਨਾਂ ਨੂੰ ਯਾਦ ਰੱਖਿਆ ਜਾਏਗਾ। ਹੋਰ ਵੀ ਹੋਣਗੇ, ਮੈਂ ਮਾਫੀ ਚਾਹਾਂਗਾ ਅਗਰ ਮੈਂ ਭੁੱਲ ਗਿਆ ਹਾਂ, ਕਿਉਂਕਿ ਮੇਰੀ ਬਹੁਤੀ ਜਾਣਕਾਰੀ ਨਹੀਂ ਹੈ। ਜੀ। ਸਾਡੇ ਸਨੀ ਦਿਓਲ ਜੀ ਵੀ ਹਨ, ਸਾਡੇ ਮੈਂਬਰ ਪਾਰਲੀਮੈਂਟ। ਬਿਲਕੁਲ। ਗੁਰਦਾਸਪੁਰ ਤੋਂ। ਜੀ। ਤੇ ਹੁਣ ਗੁਰਦਾਸਪੁਰ ਦਾ ਹਲਕਾ 2024 ਦੇ ਵਿੱਚ ਦੱਸਣਗੇ ਕਿ ਉਹ ਇਹਨਾਂ ਨੇ ਇੱਥੋਂ ਖੜੇ ਹੋਣਾ ਹੈ ਕਿ ਨਹੀਂ ਹੋਣਾ। ਬਿਲਕੁਲ। ਉਹਨਾਂ ਨੇ ਭਾਰਾ ਕੀਤਾ ਕਿ ਹਲਕਾ ਕਰਤਾ ਹੈ। ਉਹ ਨਾ ਕਾਨੂੰਨਾਂ ਦੇ ਹੱਕ ਵਿੱਚ ਮਾੜਾ ਮੋਟਾ ਪਹਿਲਾਂ ਬੋਲੇ ਸੀ, ਨਾ ਹੁਣ ਬੋਲੇ ਨੇ, ਨਾ ਬਾਅਦ ਵਿੱਚ ਬੋਲਣਗੇ। ਉਹ 2.5 ਕਿਲੋ ਦਾ ਹਾਥ ਇਹਨਾਂ ਨੂੰ ਕਿੰਨੇ ਚ ਪਵੇਗਾ ਗੁਰਦਾਸਪੁਰੀਆਂ ਨੂੰ। ਜੀ। ਤੇ ਉਹ ਥਾਰ ਲਈ ਇੱਕ ਗੱਡੀ ਲੈਣ ਲਈ ਤੇ ਕਿਸੇ ਦੀ ਰਿਕਮੈਂਡੇਸ਼ਨ ਵਿੱਚ ਚਿੱਠੀ ਲਿਖ ਸਕਦੇ ਨੇ। ਤੇ ਇਸ ਬਾਰੇ 2-4 ਲਫ਼ਜ਼ ਉਹਨਾਂ ਦੇ ਮੂੰਹੋਂ ਨਿਕਲੇ ਨੇ। ਕੰਗਨਾ ਰਣੌਤ ਨੂੰ ਉਹ ਜ਼ਿਆਦਾ ਬਿਹਤਰ ਤਰੀਕੇ ਨਾਲ ਜਵਾਬ ਦੇਣ, ਖਾਸ ਤੌਰ ਤੇ ਸਿੱਖ ਭਾਈਚਾਰੇ ਦੇ ਬਾਰੇ ਜੋ ਉਹਨਾਂ ਨੇ ਹੁਣ ਆਖਿਆ ਕਿ ਇਹ ਜਿਹੜੇ ਖਾਲਿਸਤਾਨੀ ਘੁੰਮਦੇ ਫਿਰਦੇ ਨੇ, ਇਹ ਇੰਦਰਾ ਗਾਂਧੀ ਇਹਨਾਂ ਨੂੰ ਦੁਬਾਰਾ ਚਾਹੀਦੀ ਹੈ ਜਿਸ ਨੇ ਇਹਨਾਂ ਨੂੰ ਮਸਲ ਕੇ ਮੱਛਰ ਵਾਂਗ ਮਸਲ ਕੇ ਰੱਖ ਦਿੱਤਾ ਸੀ। ਜੇ ਇਹੋ ਜਿਹੀਆਂ ਗੱਲਾਂ ਹਲਕੀਆਂ ਕਰਾਂਗੇ ਤੇ ਉਹੋ ਜਿਹਾ ਜਵਾਬ ਤੁਹਾਨੂੰ ਆਉਣਗੇ। ਬੀਬੀ ਜੀ, ਬਿਹਤਰ ਇਹ ਹੈ ਕਿ ਜਿਸ ਤਰ੍ਹਾਂ ਦਾ ਮੇਰਾ ਸੁਜੈਸ਼ਨ ਇਹ ਹੈ, ਜਿਹੜੇ ਮੈਂ ਗੱਲ ਕਹੀ ਹੈ
ਕਿ ਉਹਨੂੰ ਇਗਨੋਰ ਕੀਤਾ ਜਾਵੇ, ਸ਼ੀ ਇਜ਼ ਨਾਟ ਵਰਥ ਇਟ। ਜੀ, ਜੇ ਦੇਖਿਆ ਜਾਏ ਤਾਂ ਕੰਗਣਾ ਰਣੌਤ ਨੇ ਹਜੇ ਤੱਕ ਫਿਲਮਾਂ ਦੇ ਵਿੱਚ ਵੀ ਇਹੋ ਜਿਹਾ ਕੋਈ ਮਾਰਕਾ ਨਹੀਂ ਮਾਰਿਆ ਕਿ ਉਹਨਾਂ ਨੂੰ ਪਦਮ ਸ਼੍ਰੀ ਦਿੱਤਾ ਜਾਏ। ਇਹ ਤੁਹਾਨੂੰ ਜ਼ਿਆਦਾ ਪਤਾ ਹੋਣਾ। ਜੀ ਬਿਲਕੁਲ, ਹਜੇ ਤੱਕ ਇਹੋ ਜਿਹਾ ਕੋਈ ਮਾਰਕਾ ਨਹੀਂ ਮਾਰਿਆ। 4-5 ਫਿਲਮਾਂ ਕਰਕੇ ਜੇ ਉਹਨਾਂ ਨੇ ਅੱਛੀ ਪਰਫਾਰਮੈਂਸ ਦਿੱਤੀ ਹੈ ਤਾਂ ਉਹਨੂੰ ਅਸੀਂ ਕੋਈ ਮਾਰਕਾ ਮਾਰਨਾ ਨਹੀਂ ਕਵਾਂਗੇ। ਸੋ ਹੁਣ ਗੱਲ ਕਰ ਲੈਂਦੇ ਹਾਂ ਕੁਲਦੀਪ ਜੀ, ਅਸੀਂ ਐਮਾਜ਼ੋਨ ਦੀ। ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਹ ਖਬਰਾਂ ਕਿ ਜਿਹੜੇ ਐਮਾਜ਼ੋਨ ਦੇ ਅਧਿਕਾਰੀ ਨੇ ਉਹ ਵੱਖ-ਵੱਖ ਕੇਸਾਂ 'ਚ ਫਸਦੇ ਜਾ ਰਹੇ ਨੇ, ਕਿਧਰੇ ਗਾਂਜਾ, ਕਿਧਰੇ RDX। ਕੀ ਕਹਿਣਾ ਚਾਹੋਗੇ? RDX ਦੀ ਗੱਲ ਕੋਈ ਸਮਾਂ ਪਹਿਲਾਂ ਆਈ ਸੀ ਕਿ ਪੁਲਵਾਮਾ ਹਮਲੇ ਦੇ ਵਿੱਚ ਵਰਤਿਆ ਗਿਆ RDX ਐਮਾਜ਼ੋਨ ਦੇ ਥਰੂ ਮੰਗਵਾਇਆ ਹੋ ਸਕਦਾ ਹੈ। ਜੀ, ਦੁਨੀਆ 'ਚ ਕਈ ਇਸ ਤਰ੍ਹਾਂ ਦੇ ਕੇਸ ਹੋ ਰਹੇ ਨੇ ਕਿ ਕੁਝ ਇਲੀਗਲ ਸਬਸਟੈਂਸਿਸ ਜਿਹੜੇ ਨੇ ਉਹ ਤੌਰ ਤਰੀਕਿਆਂ ਨਾਲ ਉਹਨਾਂ ਦੀ ਕੁਝ ਐਮਾਜ਼ੋਨ ਦੇ ਅਧਿਕਾਰੀਆਂ ਦੀ ਜਾਂ ਕੁਝ ਲੋਕਾਂ ਦੀ ਆਪਸੀ ਮਿਲੀ ਭੁਗਤ ਦੇ ਨਾਲ ਜੀ, ਉੱਥੇ ਜਿਹੜੇ ਨੇ ਐਮਾਜ਼ੋਨ 'ਤੇ ਲਿਸਟ ਕੀਤੀਆਂ ਜਾਂਦੀਆਂ ਨੇ ਚੀਜ਼ਾਂ, ਫਿਰ ਦੂਸਰਾ ਉਹਨਾਂ ਨੂੰ ਮੰਗਵਾ ਲੈਂਦਾ ਹੈ। ਅਤੇ ਜਿਹੜਾ ਕੰਮ ਆਪ ਅੱਗੇ ਪੁਆਂਡੀ ਕਰਦੇ ਹੁੰਦੇ ਸੀ ਨਸ਼ਿਆਂ ਦੇ ਮਾਮਲੇ ਵਿੱਚ ਢੋਣ ਦਾ, ਇੱਧਰੋਂ ਉੱਧਰ ਲਿਜਾਣ ਦਾ, ਉਹ ਹੁਣ ਐਮਾਜ਼ੋਨ ਉਹਨਾਂ ਨੂੰ ਖੁਦ ਕਰਕੇ ਦੇ ਦਿੰਦਾ, ਉਹ ਵੀ ਬਹੁਤ ਸਸਤੇ ਭਾਅ ਦੇ ਵਿੱਚ। ਜੀ, ਚਲੋ ਉਹਨਾਂ ਦੀਆਂ ਪੋਬਾਰਾਂ ਜੀ। ਇਹ ਮੱਧ ਪ੍ਰਦੇਸ਼ ਦੇ ਵਿੱਚ 2 ਐਮਾਜ਼ੋਨ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਕਿ 20 ਕਿਲੋ ਭੰਗ ਜਿਹੜੀ ਹੈ, ਭੰਗ ਦੇ ਵੀ ਕਈ ਨਾਮ ਨੇ, ਕੈਨੇਬੀਜ਼ ਵੀ ਇਸ ਨੂੰ ਆਖ ਦਿੱਤਾ ਜਾਂਦਾ ਹੈ, ਗਾਂਜੇ ਵੀ ਉਸ ਦੀ ਕਿਸੇ ਇੱਕ ਫਾਰਮ ਨੂੰ ਆਖ ਦਿੱਤਾ ਜਾਂਦਾ ਹੈ, ਮੈਰਾਵਾਨਾ ਵੀ ਆਖ ਦਿੱਤਾ ਜਾਂਦਾ ਹੈ, ਹੋਰ ਕਈ ਕੁਛ ਇਸ ਨੂੰ ਆਖਿਆ ਜਾਂਦਾ ਹੈ। ਕਈ ਦੇਸ਼ਾਂ ਵਿੱਚ ਇਸ ਨੂੰ ਵੇਚਣ ਦੀ ਜਿਹੜੀ ਹੈ ਉਹ ਖੋਲ੍ਹ ਦਿੱਤੀ ਗਈ ਹੈ। ਕੈਨੇਡਾ ਵਿੱਚ ਪਿੱਛੇ ਜਿਹੇ ਦਿੱਤੀ ਗਈ ਹੈ, ਸਟੋਰ ਖੁੱਲ੍ਹ ਗਏ ਨੇ। ਵੀਡ ਵੀ ਆਖਿਆ ਜਾਂਦਾ ਹੈ। ਹੋਰ ਇਹ ਜਿਹੜੀਆਂ ਚੀਜ਼ਾਂ ਨੇ, 20 ਕਿਲੋ ਭੰਗ ਉਸ ਦੇ ਭੇਜਣ ਦੇ ਥਰੂ, ਇਹ ਐਮਾਜ਼ੋਨ ਦੇ ਥਰੂ ਇੱਕ ਨੇ ਭੇਜੀ ਹੈ, ਦੂਸਰੇ ਨੇ ਇੱਕ ਨੇ ਲਿਸਟ ਕੀਤੀ ਹੈ। ਕੋਈ ਚੀਜ਼ ਹੋਰ, ਉਹ ਇੱਕ ਸਟੀਵੀਆ ਨਾਂ ਦਾ ਇੱਕ ਨੈਚੁਰਲ ਜਿਹੜਾ ਪਲਾਂਟ ਹੈ, ਉਹਦੇ ਨਾਂ ਦੇ ਥੱਲੇ ਉਹਨੂੰ ਲਿਸਟ ਕੀਤਾ ਗਿਆ ਅਤੇ ਭੇਜੀ ਭੰਗ ਗਈ ਹੈ। ਇਸ ਤਰ੍ਹਾਂ ਲਿਸਟ ਕੀਤੀ ਗਈ ਚੀਜ਼ ਅਤੇ ਉਹ ਬਾਅਦ ਵਿੱਚ ਉਹ ਨਿਕਲੀ ਹੈ ਅਤੇ ਡਿਲੀਵਰ ਹੋਈ ਹੈ ਅਤੇ ਕਿਸੇ ਨੇ ਰਿਸੀਵ ਕੀਤੀ ਹੈ। ਅਤੇ ਉਸ ਮਾਮਲੇ ਦੇ ਵਿੱਚ 2 ਐਮਾਜ਼ੋਨ ਦੇ ਅਧਿਕਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਜੀ, ਪਹਿਲਾਂ ਵੀ ਕਹਿੰਦੇ ਕਿ ਘੱਟੋ ਘੱਟ ਇਹਨਾਂ ਪਲਾਂਟਸ ਦੀ 1000 ਕਿਲੋਗ੍ਰਾਮ ਦੀ ਡੀਲ ਹੋਈ ਹੈ, ਜਿਨ੍ਹਾਂ ਦੀ ਕੀਮਤ ਜਿਹੜੀ ਹੈ ਭਾਰਤੀ ਬਾਜ਼ਾਰ ਦੇ ਮੁਤਾਬਕ $1,48,000 ਅਮਰੀਕਨ ਡਾਲਰ ਬਣਦੀ ਹੈ। ਜੀ, ਮੇਰਾ ਖਿਆਲ ਜਿੰਨਾ ਇਹਨਾਂ ਵਜ਼ਨ ਦੱਸ ਰਹੇ ਨੇ, ਕੈਨੇਡਾ ਅਮਰੀਕਾ ਵਿੱਚ ਇਸ ਦੀ ਬਹੁਤ ਜ਼ਿਆਦਾ ਕੀਮਤ ਹੋਵੇਗੀ, ਕਿਉਂਕਿ ਉੱਥੇ ਜ਼ਿਆਦਾ ਮਹਿੰਗੀ ਹੈ, ਗ੍ਰਾਮਾਂ 'ਚ ਵਿਕਦੀ ਹੈ ਇਹ ਚੀਜ਼, ਜ਼ਿਆਦਾ ਜਾਣਦੇ ਨੇ ਲੋਕ ਇਹਦੇ ਬਾਰੇ। ਪਰ ਇਹ ਮੈਂ ਸਮਝਦਾ ਕਿ ਇਸ ਸਾਨੂੰ ਕੇਅਰਫੁਲ ਹੋਣ ਦੀ ਲੋੜ ਹੈ। ਅੱਜ ਵੀ ਕਈ ਇਸ ਤਰ੍ਹਾਂ ਦੇ ਢੰਗ ਤਰੀਕੇ ਜਿਹੜੇ ਨੇ ਅਪਣਾਏ ਜਾ ਰਹੇ ਨੇ, ਪਰ ਸਰਕਾਰਾਂ ਨੂੰ ਆਪਣਾ ਸਾਈਬਰ ਸਿਸਟਮ ਜਿਹੜਾ ਉਸਨੂੰ ਬੈਟਰ ਕਰਨ ਦੀ ਲੋੜ ਹੈ। ਉੱਥੇ ਹੀ ਜ਼ਿਆਦਾ ਜਿਹੜੀ ਨਿਗਰਾਨੀ ਰੱਖੀ ਜਾ ਸਕੇਗੀ। ਪਰ ਇਹ ਥੋੜਾ ਕੇਅਰਫੁਲ ਵੀ ਰਹਿਣ ਦੀ ਲੋੜ ਹੈ ਕਿ ਅਸੀਂ ਕੀ ਮੰਗਵਾਉਂਦੇ ਹਾਂ, ਕਿਵੇਂ ਮੰਗਵਾਉਂਦੇ, ਤੇ ਕੌਣ ਲਿਸਟ ਕਰ ਰਿਹਾ। ਜਦੋਂ ਤੁਸੀਂ ਉਹਨੂੰ ਰਿਸੀਵ ਕਰ ਲੈਂਦੇ ਹੋ ਫਿਰ ਤੁਹਾਡੀ ਹੋ ਜਾਂਦੀ ਹੈ, ਪਰ ਤੁਸੀਂ ਕੀ ਸਮਝ ਕੇ ਮੰਗਵਾਇਆ ਸੀ ਤੇ ਕਿਸ ਤਰੀਕੇ ਨਾਲ ਤੁਸੀਂ ਕਿਸ ਹੱਦ ਤੱਕ ਉਸ ਵਿੱਚ ਇਨਵੋਲਵ ਸੋ, ਇਹ ਸਾਰੀਆਂ ਗੱਲਾਂ ਦੀ ਹੁਣ ਜਾਂਚ ਹੋਵੇਗੀ। ਅਜੇ ਰੌਲਾ ਜਿਹਾ ਪੈਣਾ ਸ਼ੁਰੂ ਹੋਇਆ। ਜੀ, ਇਹਦਾ ਮਤਲਬ ਇਹ ਹੈ ਕਿ ਆਨਲਾਈਨ ਚੀਜ਼ਾਂ ਜਦੋਂ ਅਸੀਂ ਮੰਗਵਾਉਂਦੇ ਹਾਂ ਤਾਂ ਕਾਫੀ ਸੋਚ ਸਮਝ ਕੇ ਤੇ ਦੇਖ ਪਰਖ ਕੇ ਸਾਨੂੰ ਮੰਗਵਾਉਣੀਆਂ ਚਾਹੀਦੀਆਂ ਨੇ। ਸੋ ਸਾਡੇ ਦਰਸ਼ਕ ਇਹ ਸਾਰੀਆਂ ਖਬਰਾਂ ਦੇਖਦੇ ਹੋਣਗੇ, ਸੁਣਦੇ ਹੋਣਗੇ ਤੇ ਬਹੁਤ ਚੰਗੀ ਤਰ੍ਹਾਂ ਇਹਨਾਂ ਨੂੰ ਸਮਝਣਗੇ। ਸੋ ਕੁਲਦੀਪ ਜੀ, ਅੱਜ ਦੀ ਸਮੀਖਿਆ ਨੂੰ ਇੱਥੇ ਹੀ ਸਮੇਟਦੇ ਹੋਏ ਤੁਹਾਡੇ ਤੋਂ ਵਿਦਾ ਲੈਣਾ ਚਾਹਾਂਗੇ। ਸਤਿ ਸ਼੍ਰੀ ਅਕਾਲ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ। ਨਵੇਂ ਮੁੱਦਿਆਂ ਤੇ ਨਵੀਂ ਚਰਚਾ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਤੁਸੀਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ।